ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪਾਂ ਇੱਥੇ PYQ ਸੀਰੀਜ਼ ਸਟਾਰਟ ਕੀਤੀ ਹੈ ਰਾਜੇ, ਅੱਜ ਆਪਾਂ ਤੁਹਾਡੇ ਸਾਹਮਣੇ ਜਿਹੜਾ ਐਗਜ਼ਾਮ ਦਾ ਐਨਾਲਿਸਿਸ ਕਰਨ ਜਾ ਰਹੇ ਹਾਂ ਉਹ ਹੈਗਾ ਜੀ ਪੇਪਰ P+B ਨੇ ਲਿਆ ਸੀਗਾ ਕਲੈਰੀਕਲ ਦਾ ਪੇਪਰ। ਤੇ ਉਹਦੇ ਵਿੱਚ ਤੁਹਾਨੂੰ ਮੈਂ ਆਈ ਥਿੰਕ ਕਿ ਮਾਰਨਿੰਗ ਸ਼ਿਫਟ ਕਰਾਤੀ ਸੀਗੀ, ਅੱਜ ਆਪਾਂ ਕਰਨ ਜਾ ਰਹੇ ਹਾਂ ਉਹਦੀ ਈਵਨਿੰਗ ਸ਼ਿਫਟ। ਠੀਕ ਹੈ ਜੀ, ਉਹਦਾ ਐਨਾਲਿਸਿਸ ਕਰਦੇ ਹਾਂ ਕੰਪਿਊਟਰ ਪਾਰਟ ਦਾ। ਤਾਂ ਫਸਟ ਕੁਐਸਚਨ ਤੁਹਾਡੀ ਸਕਰੀਨ ਤੇ ਰਿਹਾ। ਠੀਕ ਹੈ ਜੀ, ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ, ਤੁਹਾਡੇ ਵਾਸਤੇ ਕਾਫੀ ਹੈਲਪਫੁਲ ਰਹੂਗੀ ਆਉਣ ਵਾਲੇ ਕਿਸੇ ਵੀ ਐਗਜ਼ਾਮ ਵਾਸਤੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਬੱਚੇ ਨਵੇਂ ਨੇ। ਤਾਂ ਚਲੋ ਜੀ ਕਰਦੇ ਹਾਂ ਸਟਾਰਟ। ਫਸਟ ਕੁਐਸਚਨ ਤੁਹਾਡੀ ਸਕਰੀਨ ਤੇ ਰਿਹਾ। ਵੀ ਲੁੱਕਅਪ ਰਾਜੇ ਮੈਂ ਬਹੁਤ ਵਾਰੀ ਕਰਵਾ ਚੁੱਕਿਆ, ਪ੍ਰੈਕਟੀਕਲ ਵੀ ਕਰਵਾਇਆ ਹੋਇਆ ਤੇ ਆਪਣੀਆਂ ਜਿਹੜੀਆਂ ਮੈਰਾਥਨ ਕਲਾਸਿਸ ਪਈਆਂ ਨੇ ਰਾਜੇ ਉਹ ਵੀ ਕਾਫੀ ਹੈਲਪਫੁਲ ਨੇ, ਉਹਦੇ ਵਿੱਚ ਵੀ ਮੈਂ ਕਰਵਾਇਆ ਹੋਇਆ। ਕੁਐਸਚਨ ਕੀ ਕਹਿੰਦਾ ਜੀ, ਕਹਿੰਦਾ what is the purpose of the VLOOKUP function in the MS Excel। VLOOKUP ਹੁੰਦਾ ਰਾਜੇ ਕੋਈ ਆਪਾਂ ਜਿਹੜਾ ਰਿਕਾਰਡ ਫਾਈਂਡ ਆਊਟ ਕਰਨਾ ਚਾਹੁੰਦੇ ਹੁੰਦੇ ਆ, ਜਿਹੜਾ ਰਿਲੇਟਡ ਰਿਕਾਰਡ ਹੁੰਦਾ ਉਹਦੇ ਵਾਸਤੇ ਹੁੰਦਾ। ਤਾਂ ਇਹਦਾ ਜਿਹੜਾ ਆਨਸਰ ਬਣੂਗਾ ਰਾਜੇ B ਬਣੂਗਾ। ਕਹਿੰਦਾ ਇਟ ਫਾਈਂਡਸ ਦਾ ਰਿਲੇਟਡ ਰਿਕਾਰਡਸ। ਠੀਕ ਹੈ, ਇਹਦਾ ਆਨਸਰ ਬਣਦਾ। ਤਾਂ ਦੇਖੋ ਸੇਮ ਜੋ ਕੁਐਸਚਨ ਮੈਂ ਕਰਵਾਇਆ ਸੀਗਾ, ਦੇਖੋ ਪੇਪਰ ਤੋਂ ਪਹਿਲਾਂ ਕਰਵਾਈ ਹੋਈ ਹੈ, ਮੈਰਾਥਨ ਤਾਂ ਬਹੁਤ ਪੁਰਾਣੀ ਕਰਾਈ ਹੋਈ ਹੈ। ਤਾਂ ਸੇਮ ਵਰਡਿੰਗ ਸੇਮ ਕੁਐਸਚਨ ਆਇਆ ਹੋਇਆ, ਤੁਹਾਨੂੰ ਮੈਂ ਦੇਖੋ ਦਿਖਾਉਣਾ। ਆਹ ਕੁਐਸਚਨ ਮੈਂ ਕਰਵਾਇਆ ਸੀ, 114 ਨੰਬਰ ਕੁਐਸਚਨ ਪਿਆ ਮੈਰਾਥਨ 1 ਦੇ ਵਿੱਚ, ਜਿਹਦੇ ਲਗਭਗ ਮੈਨੂੰ 4 ਲੱਖ ਪਲੱਸ ਵਿਊਜ਼ ਹੈ। ਉਸ ਵੀਡੀਓ ਦੀ ਮੈਂ ਗੱਲ ਕਰ ਰਿਹਾ। ਕਹਿੰਦਾ ਜੀ what does the VLOOKUP function do। ਤਾਂ VLOOKUP function ਕਰਦਾ ਕੀ ਹੈ ਰਾਜੇ, ਦੇਖੋ ਲਿਖਿਆ ਹੋਇਆ find the related record। ਤਾਂ ਸੇਮ ਕੁਐਸਚਨ ਆਇਆ ਹੋਇਆ ਦੇਖੋ, find the related record। ਠੀਕ ਹੈ, ਤੇ ਵੈਸੇ ਪ੍ਰੈਕਟੀਕਲ ਤਾਂ ਬਹੁਤ ਵਾਰੀ ਕਰਵਾਇਆ ਹੋਇਆ, ਪਰ ਕਈ ਵਾਰੀ ਬੱਚੇ ਕਈ ਵਾਰੀ ਉਹ ਕਹਿ ਜਾਂਦੇ ਆ, ਆਲਸ ਕਰ ਜਾਂਦੇ ਆ, ਹਾਂਜੀ ਸਰ ਵੀ ਸਾਨੂੰ ਉਹ ਵੀਡੀਓ ਲੱਭੀ ਨਹੀਂ, ਜਾਂ ਫਿਰ ਮੈਨੂੰ ਮੈਸੇਜ ਕਰਦੇ, ਇਸ ਕਰਕੇ ਮੈਂ ਦੁਬਾਰਾ ਕਰਵਾ ਰਿਹਾ। ਥੋੜਾ ਜਿਹਾ 2 ਮਿੰਟ ਦਾ ਹੈਗਾ ਪ੍ਰੈਕਟੀਕਲ। ਜਿਵੇਂ ਆਪਣੇ ਕੋਲ ਰਿਕਾਰਡ ਪਿਆ ਰਾਜੇ, ਤੇ ਬੱਚਿਆਂ ਦੇ ਨਾਮ ਪਏ ਆ, ਇਹਨਾਂ ਦੇ ਸ਼ਹਿਰ ਪਏ ਆ, ਕਿਹੜੇ ਸ਼ਹਿਰ ਨੂੰ ਬਿਲੋਂਗ ਕਰਦੇ ਆ, ਨਾਲ ਮੇਰੇ ਕੋਲ ਕੋਰਸਿਸ ਪਏ ਆ। ਮੰਨ ਲਓ ਕਿ ਇਹ ਮੇਰੇ ਕੋਲ ਕੋਰਸਿਸ ਦੇ ਵਿੱਚ ਕੀ ਨੇ, ਐਨਰੋਲਡ ਨੇ। ਠੀਕ ਹੈ, ਹੁਣ ਮੰਨ ਲਓ ਕਿ ਮੈਂ ਦੇਖਣਾ ਜਿਹੜਾ ਕਰਨ ਬੱਚਾ ਹੈਗਾ ਉਹ ਕਿਹੜੇ ਕੋਰਸ ਦੇ ਵਿੱਚ ਐਨਰੋਲਡ ਹੈ, ਤਾਂ ਉਹਦੇ ਵਾਸਤੇ ਮੈਂ ਕੀ ਕਰੂੰਗਾ ਰਾਜੇ, VLOOKUP ਫੰਕਸ਼ਨ ਲਗਾ ਲੂੰਗਾ। ਕਿ ਮੈਂ ਕੋਈ ਰਿਕਾਰਡ ਫਾਈਂਡ ਆਊਟ ਕਰਨਾ ਹੈ ਤਾਂ VLOOKUP ਮੈਂ ਇੱਥੇ ਕੀ ਕਰੂੰਗਾ ਰਾਜੇ, ਫੰਕਸ਼ਨ ਲਗਾ ਲੂੰਗਾ। ਤਾਂ ਮੈਂ ਸਿਲੈਕਟ ਕਰ ਲਿਆ VLOOKUP। ਇਹਦੇ ਵਿੱਚ ਕੀ ਹੁੰਦਾ, 4 ਚੀਜ਼ਾਂ ਹੁੰਦੀਆਂ। ਪਹਿਲਾਂ ਲੁੱਕਅਪ ਵੈਲਿਊ, ਫਿਰ ਟੇਬਲ ਐਰੇ, ਫਿਰ ਕਾਲਮ ਇੰਡੈਕਸ, ਫਿਰ ਹੁੰਦਾ ਜੀ ਰੇਂਜ ਲੁੱਕਅਪ। ਲੁੱਕਅਪ ਵੈਲਿਊ ਦਾ ਮਤਲਬ ਕੀ ਆ ਕਿ ਆਪਾਂ ਕਿਸ ਚੀਜ਼ ਵਾਸਤੇ ਕੀ ਚੀਜ਼ ਫਾਈਂਡ ਆਊਟ ਕਰਨਾ ਚਾਹੁੰਦੇ ਆ। ਆਪਾਂ ਕਰਨ ਨੂੰ ਫਾਈਂਡ ਆਊਟ ਕਰਨਾ ਚਾਹੁੰਦੇ ਆ, ਤਾਂ ਆਪਾਂ ਉਸ ਸੈੱਲ ਦਾ ਐਡਰੈਸ ਲੈ ਲਿਆ A2 ਦੇ ਵਿੱਚ ਕੀ ਆ, ਕਰਨ ਹੈ। ਕੋਮਾ ਕੀ ਰਾਜੇ, ਐਰੇ ਇੰਡੈਕਸ। ਐਰੇ ਦਾ ਮਤਲਬ ਕੀ ਆ ਕਿ ਪੂਰਾ ਜਿਹੜਾ ਟੇਬਲ ਹੈ ਇਹਦੇ ਵਿੱਚ ਹੋਊਗਾ ਨਾ, ਉਹਦਾ ਜੋ ਰਿਕਾਰਡ ਆਪਾਂ ਫਾਈਂਡ ਆਊਟ ਕਰਨਾ ਚਾਹੁੰਦੇ ਆ, ਤਾਂ ਪੂਰੇ ਟੇਬਲ ਦੀ ਆਪਾਂ ਕੀ ਦਿੱਤੀ, ਰੇਂਜ ਦਿੱਤੀ। ਥਰਡ ਨੰਬਰ ਤੇ ਜਿਹੜੇ ਦੇਣਾ ਹੁੰਦਾ ਰਾਜੇ ਉਹ ਕਾਲਮ ਇੰਡੈਕਸ, ਕੀ ਆਪਾਂ ਉਹਦਾ ਸ਼ਹਿਰ ਦੇਖਣਾ ਹੈ ਜਾਂ ਫਿਰ ਆਪਣਾ ਉਹਦਾ ਕੋਰਸ ਦੇਖਣਾ। ਮੰਨ ਲਓ ਆਪਾਂ ਉਹਦਾ ਕੋਰਸ ਦੇਖਣਾ, ਤਾਂ ਕਾਲਮ ਨੰਬਰ ਕਿੰਨਾ, A ਹੈਗਾ ਫਸਟ ਨੰਬਰ, B ਸੈਕੰਡ ਨੰਬਰ, C ਥਰਡ ਨੰਬਰ। ਤਾਂ ਮੈਂ ਥਰਡ ਨੰਬਰ ਕਾਲਮ ਇੰਡੈਕਸ ਦੇ ਦਿੰਦਾ 3 ਨੰਬਰ। ਅੱਗੇ ਕੋਮਾ ਪਾ ਕੇ ਰਾਜੇ ਆਪਾਂ ਟਰੂ ਜਾਂ ਫਾਲਸ ਦੇਣਾ ਹੁੰਦਾ। ਇੱਥੇ ਬੱਚੇ ਕਈ ਬੜੇ ਕਨਫਿਊਜ਼ ਹੁੰਦੇ ਆ। ਦੇਖੋ ਆਪਾਂ ਐਗਜ਼ੈਕਟ ਮੈਚ ਕਰਨਾ। ਐਗਜ਼ੈਕਟ ਮੈਚ ਦਾ ਮਤਲਬ ਕੀ ਹੈ ਕਿ ਉਹ ਕਿਹੜੇ ਕੋਰਸ ਦੇ ਵਿੱਚ ਹੈ। PSPCL ਕੀ ਹੋਊਗਾ, ਐਗਜ਼ੈਕਟ ਮੈਚ ਹੋਊਗਾ। ਕਈ ਵਾਰੀ ਕੀ ਹੁੰਦਾ ਕਿ ਆਪਾਂ ਨੂਮੈਰਿਕ ਵੈਲਿਊ ਲੈ ਲੈਂਦੇ, ਜਿੱਥੇ ਅਪਰੋਕਸੀਮੇਟ ਮੈਚ ਕਰਨਾ ਹੁੰਦਾ ਉਦੋਂ ਆਪਾਂ ਲੈਂਦੇ ਟਰੂ ਵੈਲਿਊ। ਤਾਂ ਆਪਾਂ ਤਾਂ ਐਗਜ਼ੈਕਟ ਮੈਚ ਕਰਨਾ, ਕਿਉਂਕਿ ਆਪਾਂ ਕੀ ਲੈ ਰਹੇ ਹਾਂ, ਅਲਫਾਬੈਟ ਲੈ ਰਹੇ ਹਾਂ। ਤਾਂ ਆਪਾਂ ਇੱਥੇ ਕੀ ਕਰ ਦਾਂਗੇ ਜੀ ਰਾਜੇ, ਲਾਸਟ ਵਾਲਾ ਕੀ ਕਰ ਦਾਂਗੇ, ਫਾਲਸ। ਤਾਂ ਫਾਲਸ ਕਰਕੇ ਆਪਣਾ ਕੀ ਫਾਰਮੂਲਾ ਤਿਆਰ ਹੋ ਗਿਆ। ਇਹਦੇ ਵਿੱਚ 4 ਚੀਜ਼ਾਂ ਸੀਗੀਆਂ। ਜਿਹੜੀ ਵੈਲਿਊ ਆਪਾਂ ਲੁੱਕਅਪ ਕਰਨੀ ਚਾਹੁੰਦੇ ਉਹਦਾ ਐਡਰੈਸ ਹੋ ਗਿਆ। ਠੀਕ ਹੈ, ਚਾਹੇ ਡਾਇਰੈਕਟ ਤੁਸੀਂ ਨਾਮ ਲਿਖ ਦਿਓ ਕਰਨ ਤਾਂ ਵੀ ਚੱਲ ਜੂਗਾ। ਸੈਕੰਡ ਟੇਬਲ ਐਰੇ, ਥਰਡ ਕਾਲਮ ਇੰਡੈਕਸ, ਫੋਰਥ ਨੰਬਰ ਐਗਜ਼ੈਕਟ ਜਾਂ ਠੀਕ ਹੈ ਅਪਰੋਕਸੀਮੇਟ ਜਿਹੜਾ ਮੈਚ ਹੁੰਦਾ ਉਹ ਆਪਾਂ ਲੈ ਲਿਆ। ਆਪਾਂ ਇੱਥੇ ਐਂਟਰ ਕਰਾਂਗੇ ਰਾਜੇ, ਦੇਖੋ ਤੁਸੀਂ ਧਿਆਨ ਦੇ ਨਾਲ PSPCL ਆ ਗਿਆ ਹਨਾ। ਆਪਾਂ ਕੀ ਕੀਤਾ ਸੀ, 3 ਨੰਬਰ ਦੇਖਣਾ ਸੀ ਵੀ ਜਿਹੜਾ ਕਰਨਾ ਹੈਗਾ ਉਹ ਕਿੱਥੇ ਆ, PSPCL ਦੇ ਵਿੱਚ ਹੈ। ਤਾਂ ਕਲੀਅਰ ਹੈ, ਇਹ ਹੈਗਾ ਤੁਹਾਡਾ VLOOKUP। ਇਹਨੂੰ ਆਪਾਂ ਜਰਨਲ ਦੇ ਵਿੱਚ ਵੀ ਬਣਾ ਸਕਦੇ ਹਾਂ। ਉਹ ਚਲੋ ਲੰਬੀ ਕਹਾਣੀ ਆ, ਮੈਂ ਪਹਿਲਾਂ ਕਰਵਾਈ ਹੋਈ ਹੈ, ਸਿਰਫ ਤੁਹਾਨੂੰ ਦੱਸਦਾ ਵੀ ਫਾਰਮੂਲਾ ਕਰਦਾ ਕੀ ਹੈ, ਫਾਈਂਡ ਦਾ ਰਿਲੇਟਡ ਰਿਕਾਰਡ ਕਰਦਾ ਹੈ। ਤਾਂ ਚਲੋ ਨੈਕਸਟ ਮੂਵ ਕਰਦੇ ਹਾਂ, ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਨੈਕਸਟ ਕੁਐਸਚਨ ਕੀ ਕਹਿੰਦਾ ਰਾਜੇ, ਦੇਖੋ ਥੋੜਾ ਜਿਹਾ ਨਾ ਬਲਰ ਆਈ ਹੋਈ ਹੈ ਪਿਕਚਰ, ਮੇਰੇ ਕੋਲੇ ਪੇਪਰ ਹੀ ਇਦਾਂ ਦਾ ਆਇਆ, ਮੈਂ ਬੜੀ ਕੋਸ਼ਿਸ਼ ਕੀਤੀ ਇਹਨੂੰ ਸਾਫ਼ ਕਰਨ ਦੀ, ਲੇਕਿਨ ਸਮਝ ਲਿਓ ਸੌਖਾ ਕੁਐਸਚਨ ਹੈ। ਕਹਿੰਦਾ ਜੀ what will be the output of the MS Excel function is equal to sum Q। ਠੀਕ ਹੈ, ਹੁਣ ਦੇਖੋ ਕਈ ਬੱਚੇ ਕੀ ਕਰਦੇ ਆ, ਪੇਪਰ ਦੇ ਵਿੱਚ ਕੀ ਹੁੰਦਾ, ਥੋੜਾ ਜਿਹਾ ਪ੍ਰੈਸ਼ਰ ਹੁੰਦਾ ਦਿਮਾਗ ਦੇ ਵਿੱਚ, ਉਹ ਸਮ ਤੇ ਸਮ ਇਦਾਂ ਸਮਝ ਲੈਂਦੇ ਕਿ ਇਹ ਸਮ ਫੰਕਸ਼ਨ ਹੈ। ਤਾਂ ਸਮ ਫੰਕਸ਼ਨ ਨਹੀਂ ਹੈਗਾ ਰਾਜੇ, ਧਿਆਨ ਦੇ ਨਾਲ ਦੇਖੋ, ਸਮ ਆਫ ਸਕੇਅਰਸ ਹੈ। ਸਮ ਤੋਂ ਬਾਅਦ ਕੀ ਲਿਖਿਆ ਹੋਇਆ, SQ। ਤਾਂ SQ ਕੀ ਹੈ, ਸਕੇਅਰ ਹੈ। ਤਾਂ ਸਮ ਆਫ ਸਕੇਅਰ ਫੰਕਸ਼ਨ ਕੀ ਕਰਦਾ ਰਾਜੇ, ਇਹ ਚਲੋ ਮੈਂ ਦੱਸਿਆ ਹੋਇਆ ਸੀ ਲੇਕਿਨ ਪ੍ਰੈਕਟੀਕਲ ਨਹੀਂ ਕਰਵਾਇਆ ਹੋਇਆ ਸੀ। ਦੇਖੋ ਇਹਦਾ ਮਤਲਬ ਕੀ ਹੁੰਦਾ ਕਿ ਸਮ ਕਰਨਾ ਹੈ ਕਿਹਦਾ, ਸਕੇਅਰ ਦਾ। ਤਾਂ ਅੰਦਰ ਕੀ ਹੈ, 4 4 ਦਾ ਸਕੇਅਰ ਕਰੋ, 4 ਚੌਕੇ ਕਿੰਨਾ ਹੁੰਦਾ, 16। ਠੀਕ ਹੈ, ਸਕੇਅਰ ਹੋ ਗਿਆ। ਪਲੱਸ ਸਮ ਕਰਨਾ ਹਨਾ, 5 ਪੰਜੂ ਪੰਜਾ ਕੀ ਹੁੰਦਾ, 25 ਹੁੰਦਾ ਹੈ। ਤਾਂ 10 ਦਾ ਕੀ ਹੁੰਦਾ, 100। ਤਾਂ ਸਮ ਆਫ ਸਕੇਅਰ ਹੈ ਮਤਲਬ। ਤਾਂ ਕਿੰਨਾ ਹੋ ਗਿਆ ਜੀ, 100 25 16 ਕਰ ਲਓ ਤਾਂ 141 ਆਂਸਰ ਆ ਜਾਊਗਾ। ਤਾਂ ਕਹਿਣ ਦਾ ਮਤਲਬ ਕਿ ਇਹਦਾ ਰਾਈਟ ਆਂਸਰ ਕੀ ਬਣਦਾ, D ਬਣਦਾ। ਠੀਕ ਹੈ, ਸਮ ਆਫ ਸਕੇਅਰਸ। ਠੀਕ ਹੈ, ਤਾਂ ਸਮ ਆਫ ਸਕੇਅਰ ਫੰਕਸ਼ਨ ਹੁੰਦਾ ਐਕਸਲ ਦੇ ਵਿੱਚ, ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਪ੍ਰੈਕਟੀਕਲ ਕਰਨਾ, ਪ੍ਰੈਕਟੀਕਲ ਕਰਕੇ ਦਿਖਾ ਦਿੰਦਾ। ਚਲੋ ਵੈਸੇ ਕੋਈ ਇਹਦੀ ਜ਼ਰੂਰਤ ਤਾਂ ਨਹੀਂ ਹੈਗੀ ਇਹਦੀ ਪ੍ਰੈਕਟੀਕਲ ਕਰਨ ਦੀ, ਆਪਾਂ ਕੋਈ ਹੋਰ ਵੈਲਿਊ ਲੈ ਲੈਂਦੇ ਹਾਂ ਸਮ ਆਫ ਸਕੇਅਰ ਹਨਾ।
ਤਾਂ ਸਿੰਪਲ ਜੇ ਮੰਨ ਲਓ ਮੈਂ ਇੱਥੇ ਲਿਖ ਦਿੰਦਾ ਸਮ ਆਫ ਸਕੇਅਰ ਲਿਖ ਦਿੰਦਾ ਇੱਥੇ, ਠੀਕ ਹੈ, ਇਜ਼ ਇਕੁਅਲ ਟੂ ਆਪਾਂ ਲੈ ਲੈਂਦੇ ਹਾਂ ਸਮ ਆਫ ਸਕੇਅਰਸ, ਠੀਕ ਹੈ। ਆ ਪਿਆ ਫੰਕਸ਼ਨ ਆਪਣਾ ਸਮ ਆਫ ਸਕੇਅਰ। ਮੰਨ ਲਓ ਮੈਂ ਦੋ ਵੈਲਿਊ ਲੈ ਲੈਣਾ 2 2 ਦਾ ਸਕੇਅਰ ਤੇ ਪਲੱਸ 1 ਦਾ ਹੀ ਕਰ ਦਿੰਦੇ ਆਪਾਂ ਨਾ ਸਿੰਪਲ। ਤਾਂ ਕੀ ਆ ਜਾਊਗਾ ਇੱਥੇ 4 ਆਂਸਰ ਆ ਜਾਊਗਾ ਆਪਣਾ, ਹਨਾ। ਤਾਂ ਕੀ 5 ਆਂਸਰ ਆ ਗਿਆ, ਸੌਰੀ, ਹਨਾ, ਕਿਉਂਕਿ 2 ਦੂਣੀ 4 ਤੇ 1 ਦਾ ਸਕੇਅਰ ਕਿੰਨਾ ਹੁੰਦਾ 1 ਤੇ 4 ਪਲੱਸ 1 ਕਿੰਨਾ ਹੋ ਗਿਆ 5, ਤਾਂ 5 ਆਂਸਰ ਆ ਗਿਆ ਆਪਣਾ, ਠੀਕ ਹੈ। ਜੇ ਆਪਾਂ ਇੱਥੇ ਵੈਲਿਊ ਚੇਂਜ ਕਰੀ ਜਾਵਾਂਗੇ, ਮੰਨ ਲਓ 2 ਦੀ ਜਗ੍ਹਾ ਤੇ ਆਪਾਂ ਇੱਥੇ ਕੀ ਕਰ ਦਾਂਗੇ 3 ਕਰ ਦਾਂਗੇ, ਤਾਂ ਉਹਦੇ ਅਕੋਰਡਿੰਗ ਕਰ ਦੂਗਾ 3 ਦਾ ਸਕੇਅਰ 9 ਹੁੰਦਾ, 2 ਦਾ ਕਿੰਨਾ 4, ਤਾਂ ਠੀਕ ਹੈ ਜੀ। ਇੱਥੇ ਕੀ ਆਂਸਰ ਆ ਗਿਆ 13 ਆ ਗਿਆ। ਤਾਂ ਸਮ ਆਫ ਸਕੇਅਰ ਕੀ ਕਰਦਾ ਰਾਜੇ, ਉਹਦਾ ਸਮ ਕਰਕੇ ਸਕੇਅਰ ਕਰਕੇ ਸਮ ਕਰ ਦਿੰਦਾ ਹੈ, ਤਾਂ ਰਾਈਟ ਹੈ। ਨੈਕਸਟ ਮੂਵ ਕਰਦੇ ਹਾਂ ਆਪਾਂ, ਇਹਦਾ 141 ਆਂਸਰ ਆਉਂਦਾ ਹੈ। ਅੱਗੇ ਕੀ ਕਹਿੰਦਾ ਜੀ, ਪੋਰਟਰੇਟ ਐਂਡ ਲੈਂਡਸਕੇਪ ਕਹਿੰਦਾ ਇਨ ਦਾ MS ਵਰਡਸ ਆਰ ਦਾ ਪਾਰਟ ਆਫ। ਪੋਰਟਰੇਟ ਕੀ ਹੁੰਦਾ ਰਾਜੇ, ਤੁਹਾਨੂੰ ਮੈਂ ਦੱਸਿਆ ਪੋਰਟਰੇਟ ਦਾ ਮਤਲਬ ਹੁੰਦਾ ਜਿਵੇਂ ਆਪਾਂ ਘਰਾਂ ਦੇ ਵਿੱਚ ਪਿਕਚਰ ਲਗਾਉਣੇ ਆ, ਪੋਰਟਰੇਟ ਲਗਾਉਣੇ ਆ ਆਪਣੇ, ਹਨਾ, ਜਿਹਦੀ ਲੈਂਥ ਕੀ ਹੁੰਦੀ ਜ਼ਿਆਦਾ ਹੁੰਦੀ ਹੈ ਤੇ ਲੇਕਿਨ ਜਿਹੜੀ ਵਿਡਥ ਹੁੰਦੀ ਹੈ, ਚੌੜਾਈ ਹੁੰਦੀ ਹੈ, ਘੱਟ ਹੁੰਦੀ ਹੈ। ਲੈਂਡਸਕੇਪ ਓਪੋਜ਼ਿਟ ਹੁੰਦਾ, ਲੈਂਡ ਦਾ ਮਤਲਬ ਕੀ ਹੁੰਦਾ ਲੇਟਿਆ ਹੋਇਆ, ਠੀਕ ਹੈ। ਲੈਂਡ ਦਾ ਮਤਲਬ ਕੀ ਹੈ ਲੇਟਿਆ ਹੋਇਆ, ਕਿ ਉਹਦੀ ਕੀ ਚੌੜਾਈ ਜ਼ਿਆਦਾ ਹੋਊਗੀ, ਲੰਬਾਈ ਘੱਟ ਹੋਊਗੀ। ਬੇਸਿਕਲੀ ਇਹ ਹੁੰਦੇ ਕੀ ਹੈ ਰਾਜੇ, ਬੱਚੇ ਨਾ ਇੱਥੇ ਭੁਲੇਖਾ ਖਾ ਜਾਂਦੇ ਆ। ਬੱਚੇ ਮਤਲਬ ਕੀ ਕਰਦੇ ਆ ਇੱਥੇ ਨਾ, ਮਤਲਬ ਕਿ ਲਾ ਕੇ ਆ ਜਾਂਦੇ ਆ ਪੇਜ ਲੇਆਊਟ। ਹੁਣ ਦੇਖੋ ਬਟ ਇੱਥੇ ਹੁਣ ਕੀ ਪ੍ਰੋਬਲਮ ਹੈ ਤੁਹਾਨੂੰ ਮੈਂ ਦੱਸਦਾ। ਜਿਹੜਾ ਪੇਜ ਲੇਆਊਟ ਆ ਇਹਦੇ ਅੰਦਰ ਇੱਕ ਆਪਸ਼ਨ ਹੁੰਦੀ ਹੈ, ਪੇਜ ਲੇਆਊਟ ਦੇ ਅੰਦਰ ਇੱਕ ਆਪਸ਼ਨ ਹੁੰਦੀ ਹੈ ਪੇਜ ਓਰੀਐਂਟੇਸ਼ਨ, ਠੀਕ ਹੈ। ਹੁਣ ਦੇਖੋ ਕੁਦਰਤੀ ਇਹਨਾਂ ਨੇ ਆਪਸ਼ਨ ਹੀ ਪੇਜ ਲੇਆਊਟ ਪਾਈ ਹੈ, ਤਾਂ ਆਂਸਰ ਇੱਥੇ ਪੇਜ ਲੇਆਊਟ ਆ ਜਾਊਗਾ। ਬਟ ਜੇ ਇੱਥੇ ਆਪਸ਼ਨ ਪੇਜ ਲੇਆਊਟ ਹੁੰਦਾ ਨਾਲ ਪੇਜ ਓਰੀਐਂਟੇਸ਼ਨ ਵੀ ਹੁੰਦਾ, ਤਾਂ ਆਪਸ਼ਨ ਉੱਥੇ ਪੇਜ ਲੇਆਊਟ ਨਹੀਂ ਆਉਣੀ ਸੀ, ਫਿਰ ਕੀ ਆ ਜਾਣੀ ਸੀਗੀ, ਪੇਜ ਓਰੀਐਂਟੇਸ਼ਨ ਆਣੀ ਸੀਗੀ। ਬਟ ਇਹ ਸਿੰਪਲ ਕੁਐਸਚਨ ਪਾਤਾ ਬਿਲਕੁਲ ਇਹਨਾਂ ਨੇ। ਤੁਹਾਨੂੰ ਮੈਂ ਦਿਖਾ ਦਿੰਦਾ ਰਾਜੇ ਹੁੰਦਾ ਕੀ ਆ, ਦੇਖੋ ਲੇਆਊਟ ਦੇ ਵਿੱਚ ਜਾ ਕੇ ਅਗਰ ਆਪਾਂ ਦੇਖੀਏ, ਇਹਨੂੰ ਪੇਜ ਲੇਆਊਟ ਕਹਿੰਦੇ ਆ ਆਪਾਂ, ਕਿਉਂਕਿ ਜਿਹੜਾ MS ਵਰਡ ਦੇ ਵਿੱਚ ਜਿਹੜਾ ਡਾਕੂਮੈਂਟ ਖੋਲਦਾ ਉਹਨੂੰ ਆਪਾਂ ਪੇਜ ਹੀ ਕਹਿੰਦੇ ਆ, ਹਨਾ। ਤਾਂ ਲੇਆਊਟ ਦੇ ਵਿੱਚ ਜਾ ਕੇ ਆ ਓਰੀਐਂਟੇਸ਼ਨ ਹੁੰਦਾ ਰਾਜੇ। ਤਾਂ ਓਰੀਐਂਟੇਸ਼ਨ ਦੇ ਵਿੱਚ ਇੱਕ ਪੋਰਟਰੇਟ ਹੁੰਦਾ, ਇੱਕ ਲੈਂਡਸਕੇਪ ਹੁੰਦਾ। ਬਾਏ ਡਿਫਾਲਟ ਇੱਕ ਕੁਐਸਚਨ ਹੋਰ ਪੁੱਛਦੇ ਹੁੰਦੇ ਆ ਕਿ ਬਾਏ ਡਿਫਾਲਟ MS ਵਰਡ ਦਾ ਜਿਹੜਾ ਡਾਕੂਮੈਂਟ ਹੁੰਦਾ ਉਹਦੀ ਲੇਆਊਟ ਕੀ ਹੁੰਦੀ ਹੈ, ਪੋਰਟਰੇਟ ਹੁੰਦੀ ਹੈ, ਲੈਂਡਸਕੇਪ ਹੁੰਦੀ ਹੈ। ਬਾਏ ਡਿਫਾਲਟ ਪੋਰਟਰੇਟ ਹੁੰਦੀ ਹੈ, ਆਪਾਂ ਉਹਨੂੰ ਚੇਂਜ ਕਰ ਸਕਦੇ ਹਾਂ। ਤਾਂ ਇੱਥੇ ਧਿਆਨ ਦੇ ਨਾਲ ਇੱਥੇ ਆਪਸ਼ਨ ਪੇਜ ਲੇਆਊਟ ਸੀਗਾ, ਤਾਂ ਆਂਸਰ ਪੇਜ ਲੇਆਊਟ ਆ ਗਿਆ। ਜੇ ਆਪਸ਼ਨ B ਮੰਨ ਲਓ ਇੱਥੇ ਪਿਆ ਹੁੰਦਾ ਪੇਜ ਓਰੀਐਂਟੇਸ਼ਨ ਪਿਆ ਹੁੰਦਾ, ਇਸ ਤਰ੍ਹਾਂ ਆਪਸ਼ਨ ਪਈ ਹੁੰਦੀ, ਤਾਂ ਤੁਸੀਂ ਫਿਰ ਆਂਸਰ ਕੀ ਲਾ ਕੇ ਆਉਣਾ ਸੀਗਾ ਰਾਜੇ, ਓਰੀਐਂਟੇਸ਼ਨ ਲਾ ਕੇ ਆਉਣਾ ਸੀ, ਕਿਉਂਕਿ ਬੈਸਟ ਸੂਟੇਬਲ ਆਂਸਰ ਇਹ ਬਣਦਾ B। ਤਾਂ ਕੁਦਰਤੀ ਕੁਐਸਚਨ ਸਿੰਪਲ ਆਇਆ, ਇਸ ਕਰਕੇ ਤੁਹਾਨੂੰ ਡਾਇਰੈਕਟ ਕੀ ਆ ਆਂਸਰ ਮਿਲ ਗਿਆ। ਤਾਂ ਇਹ ਦੇਖੋ ਕੁਐਸਚਨ ਪਹਿਲਾਂ ਮੈਂ ਕਰਵਾਇਆ ਹੋਇਆ ਪੇਜ ਓਰੀਐਂਟੇਸ਼ਨ ਵਾਲਾ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਦਾ ਅਮਾਊਂਟ ਆਫ ਦਾ ਵਰਟੀਕਲ ਸਪੇਸ ਬਿਟਵੀਨ ਦਾ ਲਾਈਨਸ ਆਫ ਟੈਕਸਟ ਇਨ ਅ ਡਾਕੂਮੈਂਟ ਇਜ਼ ਕਾਲਡ। ਤਾਂ ਵਰਟੀਕਲ ਸਪੇਸ ਦਾ ਮਤਲਬ ਕੀ ਹੈ ਤੁਹਾਨੂੰ ਮੈਂ ਦਿਖਾਉਣਾ। ਦੇਖੋ ਆ ਵਰਡ ਦੇ ਵਿੱਚ ਲਾਈਨਾਂ ਹੈਗੀਆਂ, ਫਸਟ ਲਾਈਨ ਹੈ, ਸੈਕੰਡ ਲਾਈਨ ਹੈ, ਉਹਦੇ ਵਿਚਕਾਰ ਜਿਹੜੀ ਸਪੇਸ ਆ ਰਾਜੇ, ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਆ ਲਾਈਨ ਸਪੇਸਿੰਗ। ਕੀ ਕਹਿ ਦਿੰਦੇ ਆ, ਲਾਈਨ ਸਪੇਸਿੰਗ ਆਂਸਰ ਆਊਗਾ, B ਆਂਸਰ ਬਣਦਾ ਲਾਈਨ ਸਪੇਸਿੰਗ। ਬੇਸਿਕਲੀ ਇਹ ਆਪਸ਼ਨ ਮਿਲ ਜਾਂਦੀ ਹੈ ਆਪਾਂ ਨੂੰ ਹੋਮ ਟੈਬ ਦੇ ਉੱਪਰ ਮਿਲ ਜਾਂਦੀ ਹੈ, ਹੋਮ ਟੈਬ ਦੇ ਵਿੱਚ ਆਪਸ਼ਨ ਪਈ ਹੁੰਦੀ ਹੈ। ਹੁਣ ਇੱਕ ਚੀਜ਼ ਹੋਰ ਪੁੱਛਦੇ ਹੁੰਦੇ ਆ ਰਾਜੇ, ਇਹ ਜਿਹੜੀ ਹੁੰਦੀ ਹੈ ਆਪਸ਼ਨ, ਇਹ ਆਪਾਂ ਜਿਵੇਂ ਮੰਨ ਲਓ 1.0 1.15 1.5 2.0 ਇਹ ਆਪਾਂ ਕਰ ਸਕਦੇ ਹਾਂ, ਇਹ ਆਪਾਂ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਆਪਾਂ ਕੋਈ ਵੀ ਲਾਈਨ ਸਪੇਸਿੰਗ ਕੀ ਕਰ ਸਕਦੇ ਹਾਂ, ਲਗਾ ਸਕਦੇ ਹਾਂ ਆਪਣੀ ਨੀਡ ਦੇ ਅਕੋਰਡਿੰਗ। ਇੱਕ ਕੁਐਸਚਨ ਆਇਆ ਸੀਗਾ, ਕੁਛ ਨਾ ਸਟੈਂਡਰਡ ਹੁੰਦੀਆਂ ਨੇ। ਸਟੈਂਡਰਡ ਕਿਹੜੀਆਂ ਹੁੰਦੀਆਂ ਨੇ ਤੁਹਾਨੂੰ ਮੈਂ ਦਿਖਾ ਦਿੰਦਾ। ਕੁਛ ਨਾ ਸਟੈਂਡਰਡ ਹੁੰਦੀਆਂ ਨੇ ਜਿਹੜੀਆਂ ਕਿ ਅਕਸਰ ਐਗਜ਼ਾਮ 'ਚ ਪੁੱਛਦੇ ਆ। ਜਿਵੇਂ ਇਹਦੇ ਵਿੱਚ ਇੱਕ ਸਿੰਗਲ ਹੁੰਦਾ, ਡਬਲ ਹੁੰਦਾ, ਐਟ ਲੀਸਟ ਹੁੰਦਾ, ਐਗਜ਼ੈਕਟਲੀ ਹੁੰਦਾ, ਮਲਟੀਪਲ ਹੁੰਦਾ। ਇੱਕ ਵਾਰੀ ਕੁਐਸਚਨ ਆ ਗਿਆ ਸੀਗਾ ਟ੍ਰਿਪਲ, ਟ੍ਰਿਪਲ ਲਿਖਿਆ ਗਿਆ ਸੀਗਾ, ਲੇਕਿਨ ਟ੍ਰਿਪਲ ਨਾਮ ਦਾ ਕੋਈ ਵੀ ਨਹੀਂ ਹੁੰਦਾਗਾ। ਤਾਂ ਸਿੰਗਲ ਵੀ ਹੁੰਦੀ ਹੈ, ਡਬਲ ਵੀ ਹੁੰਦੀ ਹੈ, ਐਟ ਲੀਸਟ ਵੀ ਹੁੰਦੀ ਹੈ, ਮਲਟੀਪਲ ਵੀ ਹੁੰਦੀ ਹੈ, ਲੇਕਿਨ ਟ੍ਰਿਪਲ ਨਹੀਂ ਹੁੰਦੀ। ਤਾਂ ਕੁਐਸਚਨ ਕਿਵੇਂ ਵੀ ਆ ਸਕਦਾ, ਲੇਕਿਨ ਇਹਦਾ ਜਿਹੜਾ ਆਂਸਰ ਬਣਦਾ ਰਾਜੇ ਉਹ ਬਣਦਾ ਲਾਈਨ ਸਪੇਸਿੰਗ, ਠੀਕ ਹੈ। ਨਾ ਤਾਂ ਡਬਲ ਸਪੇਸ ਬਣਦਾ, ਨਾ ਸਿੰਗਲ ਸਪੇਸ, ਨਾ ਵਰਟੀਕਲ ਸਪੇਸ, ਇਹਦਾ ਆਂਸਰ ਬਣਦਾ ਜੀ ਲਾਈਨ ਸਪੇਸਿੰਗ। ਨੈਕਸਟ ਮੂਵ ਕਰਦੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਦਾ ਸਲਾਈਡ ਡਿਜ਼ਾਈਨ। ਸਲਾਈਡ ਡਿਜ਼ਾਈਨ ਦਾ ਮਤਲਬ ਹੁੰਦਾ ਕਿ ਸਲਾਈਡ ਨੂੰ ਆਪਾਂ ਕੀ ਕਰਦੇ ਹਾਂ, ਫਾਰਮੈਟ ਕਰਦੇ ਹਾਂ, ਉਹਦੀ ਮਤਲਬ ਕਿ ਉਹਨੂੰ ਡਿਜ਼ਾਈਨਿੰਗ ਕਰਦੇ ਹਾਂ। ਤਾਂ ਸਾਰੇ ਰਾਜੇ ਉਹਦੇ ਪਾਰਟ ਨੇ, ਚਾਹੇ ਉਹ ਡਿਜ਼ਾਈਨ ਟੈਂਪਲੇਟ ਹੈ, ਕਲਰ ਸਕੀਮ ਹੈ, ਐਨੀਮੇਸ਼ਨ ਸਕੀਮ ਹੈ, ਸਾਰੇ ਉਹਦੇ ਪਾਰਟ ਹੁੰਦੇ ਆ। ਇਹਦਾ ਆਂਸਰ D ਬਣਦਾ ਹੈ। ਹੁਣ ਡਿਜ਼ਾਈਨ ਟੈਂਪਲੇਟ ਕੀ ਹੁੰਦਾ ਰਾਜੇ, ਡਿਜ਼ਾਈਨ ਟੈਂਪਲੇਟ ਦਾ ਮਤਲਬ ਹੁੰਦਾ ਥੀਮ। ਆਪਾਂ ਆਪਣੀ ਜਿਹੜੀ ਸਲਾਈਡ ਹੈਗੀ ਉਹਨੂੰ ਆਪਾਂ ਕਿਸੇ ਤਰ੍ਹਾਂ ਨਾਲ ਕੀ ਕਰ ਸਕਦੇ ਹਾਂ, ਡਿਜ਼ਾਈਨ ਕਰ ਸਕਦੇ ਹਾਂ, ਕੋਈ ਵੀ ਥੀਮ ਆਪਾਂ ਅਪਲਾਈ ਕਰ ਸਕਦੇ ਹਾਂ, ਹਨਾ। ਕਲਰ ਸਕੀਮ ਕੀ ਹੁੰਦੀ ਹੈ ਰਾਜੇ, ਇਹਦੇ ਵਿੱਚ ਆ ਦੇਖੋ ਕਲਰ ਸਕੀਮ ਹੁੰਦੀ ਹੈ, ਆਪਾਂ ਕੋਈ ਵੀ ਕਲਰ ਲੈ ਸਕਦੇ ਹਾਂ, ਠੀਕ ਹੈ। ਆਪਾਂ ਕੋਈ ਵੀ ਕਲਰ ਕੀ ਕਰ ਸਕਦੇ ਹਾਂ, ਉਹਨੂੰ ਚੇਂਜ ਕਰ ਸਕਦੇ ਹਾਂ। ਦੇਖੋ ਕਿੰਨੇ ਸਾਰੇ ਕਲਰ ਪਏ, ਆਪਾਂ ਕੋਈ ਵੀ ਕਲਰ ਕੀ ਕਰ ਸਕਦੇ ਹਾਂ, ਬੈਕਗਰਾਊਂਡ ਦਾ ਕਲਰ ਚੇਂਜ ਕਰ ਸਕਦੇ ਹਾਂ। ਇਸ ਤੋਂ ਇਲਾਵਾ ਹੁੰਦਾ ਐਨੀਮੇਸ਼ਨ ਸਕੀਮ। ਹੁਣ ਐਨੀਮੇਸ਼ਨ ਸਕੀਮ ਤੁਹਾਨੂੰ ਮੈਂ ਬਹੁਤ ਵਾਰੀ ਕਰਵਾਈ ਹੋਈ ਹੈ ਵੈਸੇ। ਆ ਦੇਖੋ ਐਨੀਮੇਸ਼ਨ ਸਕੀਮ ਕੀ ਹੁੰਦੀ ਹੈ, ਦੇਖੋ ਤੁਹਾਡੇ ਸਾਹਮਣੇ ਆ ਜਿਹੜੀਆਂ ਪਿਕਚਰਾਂ ਮੈਂ ਲਗਾ ਰਿਹਾ, ਇਹ ਸਾਰੀਆਂ ਐਨੀਮੇਸ਼ਨ ਹੀ ਹੁੰਦੀਆਂ, ਠੀਕ ਹੈ। ਜਿਵੇਂ ਮੰਨ ਲਓ ਪਿਕਚਰ ਆ ਰਹੀ ਹੈ, ਜਾ ਰਹੀ ਹੈ, ਇਹ ਦੇਖੋ ਐਨੀਮੇਸ਼ਨ ਸਕੀਮ ਹੁੰਦੀ ਹੈ। ਆਪਾਂ ਕੋਈ ਵੀ ਐਨੀਮੇਸ਼ਨ ਸਕੀਮ ਲਗਾ ਦਿੰਦੇ ਹਾਂ, ਤੇ ਤੁਹਾਡੇ ਸਾਹਮਣੇ ਜਿਹੜੀ ਪਿਕਚਰ ਆ ਰਹੀ ਹੈ ਰਾਜੇ, ਇਹ ਐਨੀਮੇਸ਼ਨ ਦੇ ਥਰੂ ਹੀ ਆ ਰਹੀ ਹੈ। ਤੁਹਾਨੂੰ ਮੈਂ ਕਰਕੇ ਦਿਖਾ ਦੇਣਾ। ਦੇਖੋ ਪਿਕਚਰ ਚਲੀ ਗਈ ਸੀ ਨਾ, ਤਾਂ ਵਾਪਸ ਲੈ ਕੇ ਆਉਣਾ ਮੈਂ, ਠੀਕ ਹੈ। ਦੇਖੋ ਆ ਦੇਖੋ ਪਿਕਚਰ ਆ ਗਈ ਨਾ, ਇਹ ਜਿਹੜੀ ਪਿਕਚਰਾਂ ਆ ਰਹੀਆਂ ਇਹ ਐਨੀਮੇਸ਼ਨ ਦੇ ਥਰੂ ਹੀ ਆ ਰਹੀਆਂ। ਤਾਂ ਮੈਂ ਐਨੀਮੇਸ਼ਨ ਸਕੀਮ ਹੀ ਲਾ ਰਿਹਾ, ਦੇਖੋ ਸਾਰੀਆਂ ਇਹ ਐਨੀਮੇਸ਼ਨ ਸਕੀਮ ਦੇ ਅਕੋਰਡਿੰਗ ਆ ਰਹੀਆਂ। ਤਾਂ ਇਹਦਾ ਰਾਈਟ ਆਂਸਰ ਕੀ ਬਣ ਗਿਆ, D ਬਣ ਗਿਆ ਰਾਜੇ, ਆਲ ਆਰ ਪਾਰਟ ਆਫ ਦਾ ਸਲਾਈਡ ਡਿਜ਼ਾਈਨ। ਤਾਂ ਕਲੀਅਰ ਹੈ ਜੀ। ਨੈਕਸਟ ਮੂਵ ਕਰਦੇ ਹਾਂ ਆਪਾਂ, ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸ਼ਾਰਟਕਟ ਕੀਜ਼ ਯੂਜ਼ ਟੂ ਸਟਾਰਟ ਦਾ ਸਲਾਈਡ ਸ਼ੋ। ਤਾਂ ਸਲਾਈਡ ਸ਼ੋ ਤੁਹਾਨੂੰ ਮੈਂ ਦਿਖਾਇਆ ਰਾਜੇ, ਆ ਸਲਾਈਡ ਸ਼ੋ ਹੁੰਦਾ,
ठीक है। स्लाइड शो आप बिगनिंग तो भी स्टार्ट कर सकते हैं, करंट स्लाइड तो भी कर सकते हैं। तो शॉर्टकट की है राजे दी F5। बहुत बारी क्वेश्चन आता है, मैंने लगता भी P+B ਦਾ ਜਿਹੜਾ ਫੇਵਰੇਟ क्वेश्चन है ये हर एक एग्जाम ਦੇ ਵਿੱਚ ਪੁੱਛਿਆ ਜਾਂਦਾ ਹੈ। ਤਾਂ ਜੇ ਮੈਂ ਬਿਗਨਿੰਗ ਤਾਂ ਮਤਲਬ ਕੀ ਆ ਕਿ ਜੇ ਮੈਂ F5 ਨੱਪੂਗਾ ਬਾਈ ਡਿਫਾਲਟ ਬਿਗਨਿੰਗ ਤੋਂ ਚੱਲੂਗੀ। ਮੰਨ ਲਓ ਮੇਰੇ ਕੋਲੇ 4 ਸਲਾਈਡਸ ਨੇ, ਮੈਂ 3 ਨੰਬਰ ਸਲਾਈਡ ਤੋਂ ਸਟਾਰਟ ਕਰਨਾ ਚਾਹੁੰਦਾ ਤਾਂ ਆਪਾਂ ਕਰੰਟ ਸਲਾਈਡ ਤੋਂ ਕਰਨਾ। ਉਹਦਾ ਸ਼ਾਰਟਕਟ ਕੀ ਹੈ ਰਾਜੇ? ਉਹਦਾ ਸ਼ਾਰਟਕਟ ਵੀ ਪੁੱਛ ਲੈਂਦੇ ਹੁੰਦੇ ਆ Shift+F5। Shift+F5 ਯਾਦ ਰੱਖ ਲਿਓ, ਇਹ ਵੀ ਕਈ ਵਾਰੀ ਮਿਸਲੇਨੀਅਸ ਦੇ ਵਿੱਚ ਆ ਜਾਂਦਾ ਕੁਐਸਚਨ। ਜੇ ਕਰੰਟ ਸਲਾਈਡ ਤੋਂ ਚਲਾਉਣਾ ਤਾਂ Shift+F5, ਜੇ ਬਿਗਨਿੰਗ ਤੋਂ ਚਲਾਉਣਾ ਤਾਂ F5 ਹੈ। ਇੱਕ ਕੁਐਸਚਨ ਹੋਰ ਪੁੱਛਦੇ ਹੁੰਦੇ ਆ ਵੀ ਸਲਾਈਡ ਸ਼ੋ ਨੂੰ ਰੋਕਣ ਵਾਸਤੇ ਕਿਹੜੀ ਕੀ ਨੱਪਦੇ ਆ ਆਪਾਂ? ਐਸਕੇਪ ਕੀ ਨੱਪਦੇ ਆ ਰਾਜੇ। ਬੇਸਿਕਲੀ ਇਹਨੂੰ ਐਗਜ਼ੈਕਟ ਆਪਾਂ ਕਹਿ ਦਿੰਦੇ ਆ ਵੀ ਫੋਰਸਫੁਲੀ ਕਿਸੇ ਚੀਜ਼ ਨੂੰ ਬੰਦ ਕਰਨਾ ਹੋਵੇ ਆਪਾਂ ਕਿਹੜੀ ਕੀ ਨੱਪਦੇ ਆ? ਐਸਕੇਪ ਕੀ ਨੱਪਦੇ ਆ। ਠੀਕ ਹੈ, ਯਾਦ ਰੱਖ ਲਿਓ ਇਹ। ਨੈਕਸਟ ਮੂਵ ਕਰਦੇ ਆ ਆਪਾਂ। ਦਾ ਕੁਐਸਚਨ ਦੇਖੋ ਮੈਂ ਪਹਿਲਾਂ ਕਰਵਾਇਆ ਹੋਇਆ, ਦੇਖੋ ਪ੍ਰੈਸ ਡੈਸ਼ ਟੂ ਸਟਾਰਟ ਦਾ ਪ੍ਰੈਜੈਂਟੇਸ਼ਨ ਫਰੋਮ ਦਾ ਬਿਗਨਿੰਗ ਤਾਂ F5। ਇੱਥੇ ਵੀ ਮੈਂ ਦੱਸਿਆ ਹੋਇਆ Shift F5। ਕਹਿਣ ਦਾ ਮਤਲਬ ਸਭ ਕੁਝ ਕਰਾਇਆ ਹੋਇਆ, ਧਿਆਨ ਦੇ ਨਾਲ ਵੀਡੀਓ ਦੇਖਿਆ ਕਰੋ, ਸਭ ਕੁਝ ਕਰਾਇਆ ਵਿੱਚੋਂ ਹੀ ਆ ਰਿਹਾ। ਨੈਕਸਟ ਗੱਲ ਕਰਦੇ ਆ ਜੀ, ਕਹਿੰਦਾ ਇਨ ਵਿਚ ਆਫ ਦਾ ਫੋਲੋਇੰਗ ਨੈਟਵਰਕ ਟੋਪੋਲੋਜੀਜ਼। ਟੋਪੋਲੋਜੀਜ਼ ਕੀ ਹੁੰਦੀ ਹੈ? ਟੋਪੋਲੋਜੀਜ਼ ਕੀ ਹੁੰਦੀ ਹੈ? ਇਹ ਬੇਸਿਕਲੀ ਜਿਹੜਾ ਫਿਜ਼ੀਕਲ ਅਰੇਂਜਮੈਂਟ ਹੁੰਦਾ ਨਾ, ਮੰਨ ਲਓ ਕਿ ਮੈਂ ਕੰਪਿਊਟਰ ਲੈ ਆਇਆ, ਹੁਣ ਕੰਪਿਊਟਰ ਲੈ ਕੇ ਮੈਂ ਉਹਨੂੰ ਕੀ ਕਰਨਾ? ਨੈਟਵਰਕਿੰਗ ਕਰਨੀ, ਉਹਨਾਂ ਨੂੰ ਅਟੈਚ ਕਰਨਾ। ਮੈਂ ਕਿਵੇਂ ਅਟੈਚ ਕਰ ਰਿਹਾ? ਉਹਨੂੰ ਕਿਹੜੇ ਵੇ ਦੇ ਵਿੱਚ ਅਟੈਚ ਕਰ ਰਿਹਾ? ਸਿੰਗਲ ਅਟੈਚ ਕਰ ਰਿਹਾ? ਕਿਵੇਂ ਕਰ ਰਿਹਾ? ਉਸ ਅਰੇਂਜਮੈਂਟ ਨੂੰ, ਫਿਜ਼ੀਕਲ ਤੇ ਲੌਜੀਕਲ ਅਰੇਂਜਮੈਂਟ ਨੂੰ ਆਪਾਂ ਕੀ ਕਹਿ ਦਾਂਗੇ? ਨੈਟਵਰਕ ਟੋਪੋਲੋਜੀ ਕਹਿ ਦਿੰਦੇ ਆ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਨੈਟਵਰਕ ਟੋਪੋਲੋਜੀ ਆਲ ਦਾ ਨੋਡਸ ਆਰ ਕਨੈਕਟਡ ਡਾਇਰੈਕਟਲੀ ਟੂ ਦਾ ਸੈਂਟਰਲ ਸਰਵਰ। ਸੈਂਟਰਲ ਸਰਵਰ ਮਤਲਬ ਕਿ ਸੈਂਟਰ ਦੇ ਵਿੱਚ ਕੋਈ ਕੀ ਹੋਊਗੀ? ਡਿਵਾਈਸ ਹੋਊਗੀ। ਤੇ ਰਾਜੇ ਇਹ ਹੁੰਦੀ ਹੈ ਸਟਾਰ ਟੋਪੋਲੋਜੀ। ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਦੇਖੋ ਸਟਾਰ ਟੋਪੋਲੋਜੀ ਮੈਂ ਕਰਵਾਈ ਹੋਈ ਹੈ, ਬੱਸ ਵੀ ਕਰਾਈ ਹੋਈ ਹੈ, ਮੈਸ਼ ਵੀ ਕਰਾਈ ਹੋਈ ਹੈ। ਦੇਖੋ ਇਹ ਸੈਂਟਰ ਦੇ ਵਿੱਚ ਹੱਬ ਹੁੰਦੀ ਹੈ, ਬਾਕੀ ਸਾਰੀਆਂ ਡਿਵਾਈਸਿਸ ਕਿਹਨੂੰ ਕਹਿੰਦੇ ਆ? ਕੰਪਿਊਟਰ ਨੂੰ ਡਿਵਾਈਸ ਕਹਿ ਦਿੰਦੇ ਆ, ਨੋਡ ਕਹਿ ਦਿੰਦੇ ਆ। ਤਾਂ ਸਾਰੀਆਂ ਨੋਡਸ ਦੇ ਨਾਲ ਅਟੈਚ ਹੁੰਦੀਆਂ ਤਾਂ ਸਟਾਰ ਦੀ ਸ਼ੇਪ ਦੇ ਵਿੱਚ ਹੁੰਦੀਆਂ, ਇਸ ਕਰਕੇ ਇਹਨੂੰ ਸਟਾਰ ਟੋਪੋਲੋਜੀ ਕਹਿੰਦੇ ਆ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸ਼ਾਰਟਕਟ ਕੀ ਇਜ਼ ਯੂਜ਼ ਟੂ ਚੈੱਕ ਦਾ ਸਪੈਲਿੰਗ ਇਨ ਅ ਡਾਕੂਮੈਂਟ। ਤਾਂ ਦੇਖੋ ਤੁਸੀਂ ਵਰਡ ਦੇ ਵਿੱਚ ਕੋਈ ਡਾਕੂਮੈਂਟ ਪਾਉਣੇ ਆ, ਕੋਈ ਗਲਤ ਪਾ ਦਿੰਦੇ, ਉੱਥੇ ਨਾ ਰੈੱਡ ਵੇਵ ਆ ਜਾਂਦੀ ਹੈ। ਤਾਂ ਆਟੋਮੈਟਿਕਲੀ ਉਹਨੂੰ ਅਗਰ ਠੀਕ ਕਰਨਾ ਤਾਂ ਉਹਦੇ ਵਾਸਤੇ ਆਟੋ ਸਪੈਲ ਚੈਕਰ ਕੀ ਹੁੰਦੀ ਆ? ਉਹ ਹੁੰਦੀ ਆ ਜੀ F7। ਕਿਹੜੀ ਹੁੰਦੀ ਆ ਜੀ? F7। ਧਿਆਨ ਦੇ ਨਾਲ ਤੁਸੀਂ ਸ਼ਾਇਦ ਦੇਖਿਆ ਹੋਵੇ ਰਾਜੇ, ਇਹ ਹੁੰਦਾ ਜੀ ਰਿਵਿਊ ਦੇ ਵਿੱਚ ਜਾ ਕੇ ਹੁੰਦਾ ਸਪੈਲਿੰਗ ਐਂਡ ਗ੍ਰਾਮਰ। ਠੀਕ ਹੈ, ਕਲੀਅਰ ਹੈ। ਤੇ ਇਹ F7 ਸ਼ਾਰਟਕਟ ਕੀ ਹੁੰਦੀ ਆ? ਇਹ ਵੀ ਇੱਕ ਫੇਵਰੇਟ ਕੁਐਸਚਨ ਹੈ ਆਪਣਾ P++ ਬੋਰਡ ਦਾ, ਇਹ ਵੀ ਬਹੁਤ ਪੁੱਛਦੇ ਆ। ਨਾਲ ਇੱਕ ਪੁੱਛ ਲੈਂਦੇ ਹੁੰਦੇ ਆ ਥ੍ਰੀਜ਼ਰ ਟੂਲ। ਤਾਂ ਥ੍ਰੀਜ਼ਰ ਟੂਲ ਹੁੰਦਾ ਬੇਸਿਕਲੀ ਸਿਨੋਨਿਮ ਟੋਨੀਅਮ ਵਾਸਤੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਮਾਨਾਰਥਕ ਸ਼ਬਦ ਤੇ ਵਿਰੋਧੀ ਸ਼ਬਦ ਹੈ ਨਾ, ਉਹਨਾਂ ਵਾਸਤੇ ਹੁੰਦਾ ਜੀ ਥ੍ਰੀਜ਼ਰ ਟੂਲ। ਇੱਥੋਂ ਵੀ ਕੁਐਸਚਨ ਬਹੁਤ ਨਿਕਲ ਕੇ ਆਉਂਦਾ ਹੈ, ਇਹ ਵੀ ਯਾਦ ਰੱਖ ਲਿਓ, ਇਹ ਵੀ ਰਿਵਿਊ ਟੈਬ ਦੇ ਵਿੱਚ ਹੀ ਹੁੰਦਾ ਹੈ। ਤਾਂ ਆਹ ਦੇਖੋ ਸੇਮ ਕੁਐਸਚਨ ਮੈਂ ਕਰਵਾਇਆ ਹੋਇਆ, 88 ਨੰਬਰ ਕੁਐਸਚਨ ਪਿਆ। ਕਹਿੰਦਾ ਜੀ ਵਿਚ ਸ਼ਾਰਟਕਟ ਕੀ ਇਜ਼ ਯੂਜ਼ ਟੂ ਸਪੈਲ ਚੈੱਕ ਇਨ ਦਾ MS ਵਰਡ। ਕਿਸੇ ਚ ਵੀ ਚਾਹੇ ਐਕਸਲ ਦੀ ਗੱਲ ਕਰ ਲਓ, ਪਾਵਰ ਪੁਆਇੰਟ ਦੀ ਗੱਲ ਕਰੋ, ਸਾਰਿਆਂ ਦੇ ਵਿੱਚ F7 ਕੀ ਯੂਜ਼ ਹੁੰਦੀ ਹੈ ਸਪੈਲਿੰਗ ਚੈਕਿੰਗ ਵਾਸਤੇ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਐਂਟੀਵਾਇਰਸ ਸੌਫਟਵੇਅਰ। ਐਂਟੀਵਾਇਰਸ ਸੌਫਟਵੇਅਰ ਕੀ ਹੁੰਦਾ? ਜਿਹੜਾ ਵਾਇਰਸ ਨੂੰ ਕੀ ਕਰਦਾ? ਡਿਟੈਕਟ ਕਰਦਾ ਤੇ ਉਹਨੂੰ ਰਿਮੂਵ ਕਰਦਾ। ਤਾਂ ਵਾਇਰਸ ਦੀ ਫੁੱਲ ਫਾਰਮ ਵੀ ਮੈਂ ਤੁਹਾਨੂੰ ਕਰਾਈ ਹੋਈ ਆ, ਵਾਈਟਲ ਹਨਾ ਇਨਫੋਰਮੇਸ਼ਨ ਰਿਸੋਰਸਿਸ ਅੰਡਰ ਸੀਜ਼, ਸਭ ਕੁਝ ਕਰਾਇਆ ਹੋਇਆ। ਤਾਂ ਐਂਟੀਵਾਇਰਸ ਸੌਫਟਵੇਅਰ ਇਹਨਾਂ ਵਿੱਚੋਂ ਕਿਹੜਾ ਨਹੀਂ ਹੈਗਾ ਰਾਜੇ? ਸਿਕੁਅਲ ਸਰਵਰ ਨਹੀਂ ਹੈਗਾ। ਸਿਕੁਅਲ ਸਰਵਰ ਕੀ ਇੱਕ ਤਰ੍ਹਾਂ ਦਾ ਸਿਸਟਮ ਸੌਫਟਵੇਅਰ ਹੈ, ਜਿਹੜਾ ਕਿ ਆਪਾਂ ਇੱਕ ਤਰ੍ਹਾਂ ਐਂ ਕਹਿ ਸਕਦੇ ਹਾਂ ਕਿ ਜਿਹੜਾ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਹੁਣ ਜਿਹੜਾ ਕਵਿਕ ਹੀਲ ਹੋ ਗਿਆ, F4 ਹੋ ਗਿਆ, F-Frot ਹੋ ਗਿਆ, ਠੀਕ ਹੈ, ਮੈਕਕੈਫੇ ਹੋ ਗਿਆ, ਇਹ ਸਾਰੇ ਕੀ ਨੇ? ਤੁਹਾਡੇ ਐਂਟੀਵਾਇਰਸ ਸੌਫਟਵੇਅਰ ਨੇ। ਤਾਂ ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਇਹ ਸਿਕੁਅਲ ਸਰਵਰ ਹੈ, ਇੱਕ ਡਾਟਾਬੇਸ ਮੈਨੇਜਮੈਂਟ ਟੂਲ ਹੈ। ਠੀਕ ਹੈ ਜੀ। ਕਵਿਕ ਹੀਲ ਕੀ ਹੈ? ਇੱਕ ਐਂਟੀਵਾਇਰਸ ਸੌਫਟਵੇਅਰ ਹੈ। ਠੀਕ ਹੈ ਜੀ। ਤੁਹਾਡਾ ਜਿਹੜਾ F-Frot ਹੋ ਗਿਆ, ਇਹ ਵੀ ਹੋ ਗਿਆ ਐਂਟੀਵਾਇਰਸ ਸੌਫਟਵੇਅਰ, ਤੇ ਮੈਕਕੈਫੇ ਹੋ ਗਿਆ, ਇਹ ਵੀ ਐਂਟੀਵਾਇਰਸ ਹੈ। ਤਾਂ ਬਾਕੀ ਸਾਰੇ ਐਂਟੀਵਾਇਰਸ ਨੇ, ਸਿਰਫ ਸਿਕੁਅਲ ਸਰਵਰ ਜਿਹੜਾ ਹੈਗਾ ਰਾਜੇ DBMS ਦੇ ਵਿੱਚ ਯੂਜ਼ ਹੁੰਦਾ, ਸਿਰਫ ਕਿ ਐਂਟੀਵਾਇਰਸ ਨਹੀਂ ਹੈਗਾ। ਉਹਨੇ ਨੋਟ ਪੁੱਛਿਆ ਸੀ ਤਾਂ ਆਨਸਰ ਕੀ ਆ ਜਾਊਗਾ? A ਆ ਜਾਊਗਾ। ਨੈਕਸਟ ਬਹੁਤ ਸੌਖਾ ਕੁਐਸਚਨ ਹੈ ਜੀ, ਫੁੱਲ ਫਾਰਮ ਆਫ ALU। ਤੁਹਾਨੂੰ ਪਤਾ CPU ਕੀ ਹੁੰਦਾ? ਸੈਂਟਰਲ ਪ੍ਰੋਸੈਸਿੰਗ ਯੂਨਿਟ, ਜਿਹੜਾ ਕਿ ਬ੍ਰੇਨ ਹੁੰਦਾ ਕੰਪਿਊਟਰ ਦਾ। ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਅਰਥਮੈਟਿਕ ਲੌਜਿਕ ਯੂਨਿਟ ਪਲੱਸ ਕੰਟਰੋਲ ਯੂਨਿਟ। ਤਾਂ ਇਹਦੀ ਸ਼ਾਰਟਕਟ ਕੀ ਪੁੱਛੀ ਹੈ ਰਾਜੇ? ਬਹੁਤ ਸੌਖੀ ਹੈ ਜੀ, ਅਰਥਮੈਟਿਕ ਲੌਜਿਕ ਯੂਨਿਟ, C ਆਨਸਰ ਆ ਜਾਊਗਾ। ਬਹੁਤ ਸਿੰਪਲ ਕੁਐਸਚਨ ਪੁੱਛਿਆ ਗਿਆ। ਨੈਕਸਟ ਮੂਵ ਕਰਦੇ ਆਪਾਂ। ਤਾਂ ਫੁੱਲ ਫਾਰਮ ਆਫ ਜੀ ASCII 2। ਠੀਕ ਹੈ, ਇਹ ਕੀ ਹੁੰਦਾ ਜੀ ਰਾਜੇ? ਇਹ ਜਿਵੇਂ ਮੰਨ ਲਓ ਆਪਾਂ ਕੰਪਿਊਟਰ ਦੇ ਵਿੱਚ ਕੁਝ ਵੀ ਟਾਈਪ ਕਰਦੇ, ਕਿਉਂਕਿ ਕੰਪਿਊਟਰ ਸਿਰਫ ਬਾਈਨਰੀ ਲੈਂਗੁਏਜ ਸਮਝਦਾ 1 ਤੇ 0। ਠੀਕ ਹੈ, ਉਹਨੂੰ ਹੋਰ ਕੋਈ ਲੈਂਗੁਏਜ ਸਮਝ ਨਹੀਂ ਆਉਂਦੀ। ਜੇ ਮੈਂ ਉਹਨੂੰ ਲਿਖ ਦਿੰਦਾ ਹੈਲੋ, ਤਾਂ ਹੈਲੋ ਕੰਪਿਊਟਰ ਨੂੰ ਕਦੇ ਸਮਝ ਨਹੀਂ ਆਊਗਾ, ਹਮੇਸ਼ਾ ਉਹਨੂੰ ਕੀ ਕਰੂਗਾ? ਕਨਵਰਟ ਕਰੂਗਾ ਬਿਟ ਦੀ ਫਾਰਮ ਦੇ ਵਿੱਚ। ਤਾਂ ਇੱਕ ਸਟੈਂਡਰਡ ਮਤਲਬ ਕਿ ਕੋਡ, ਮਤਲਬ ਕਿ ਸਟੈਂਡਰਡ ਟੈਕਸਟ ਦਾ ਇੱਕ ਸਟੈਂਡਰਡ ਮੇਨਟੇਨ ਕੀਤਾ ਗਿਆ। ਠੀਕ ਹੈ, ਤਾਂ ਇਹ ਸਟੈਂਡਰਡ ਜਿਹੜਾ ਮੇਨਟੇਨ ਕੀਤਾ ਗਿਆ ਰਾਜੇ, ਇਹ ਹੈਗਾ ਜੀ ASCII। ਠੀਕ ਹੈ, ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਤਾਂ ਇਹਦਾ ਰਾਈਟ ਆਨਸਰ ਬਣਦਾ C, ਅਮਰੀਕਨ ਸਟੈਂਡਰਡ ਕੋਡ ਫॉर ਦਾ ਇਨਫੋਰਮੇਸ਼ਨ ਇੰਟਰਚੇਂਜ। ਜਿਹੜੀ ਇਨਫੋਰਮੇਸ਼ਨ ਆਪਾਂ ਕਰਦੇ ਹਾਂ ਉਹਨੂੰ ਇੰਟਰਚੇਂਜ ਕਰਦਾ ਕੰਪਿਊਟਰ। ਤਾਂ ਇਹ ਵੀ ਕੁਐਸਚਨ ਮੈਂ ਕਰਵਾਇਆ ਹੋਇਆ, ਦੇਖੋ ਤੁਹਾਡੇ ਸਾਹਮਣੇ 163 ਨੰਬਰ ਕੁਐਸਚਨ ਪਿਆ। ASCII 2 ਦਾ ਮਤਲਬ ਕੀ ਹੈ? ਕਿ ਅਮਰੀਕਨ ਸਟੈਂਡਰਡ ਕੋਡ ਫॉर ਦਾ ਇਨਫੋਰਮੇਸ਼ਨ ਇੰਟਰਚੇਂਜ। ਇਹ ਕੁਐਸਚਨ ਬਹੁਤ ਨਿਕਲ ਕੇ ਆਉਂਦਾ ਹੈ, ਤੈਨੂੰ ਯਾਦ ਰੱਖ ਲਿਓ ਰਾਜੇ। ਤਾਂ ਅੱਗੇ ਅੱਛਾ ਇੱਕ ਕੁਐਸਚਨ ਮੈਂ ਤੁਹਾਨੂੰ ਪੁੱਛਦਾ, ਵੈਸੇ ਮੈਂ ਕਰਵਾਇਆ ਹੋਇਆ, BCD ਦੀ ਫੁੱਲ ਫਾਰਮ ਦੱਸਿਓ ਮੈਨੂੰ। ਠੀਕ ਹੈ, ਇਹ ਵੀ ਮੈਂ ਇਹਦੇ ਨਾਲ ਹੀ ਰਿਲੇਟਡ ਹੈ।
ਟੈਕਸਟ ਦੇ ਕੋਡ ਦੇ ਨਾਲ ਰਿਲੇਟਡ ਆ, ਤੁਸੀਂ ਮੈਨੂੰ ਪਲੀਜ਼ ਇਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਕੇ ਜਾਣਾ, ਜੇ ਤੁਹਾਨੂੰ ਪਤਾ ਹੈ ਤਾਂ, ਨਹੀਂ ਪਤਾ ਤਾਂ ਅਗਲੀ ਵੀਡੀਓ 'ਚ ਕਰਾ ਦਾਂਗੇ। ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਸੌਖਾ ਕੁਐਸਚਨ ਹੈ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਕਾਲਡ ਫਾਦਰ ਆਫ ਪਰਸਨਲ ਕੰਪਿਊਟਰ, ਜਿਹਨੂੰ ਤੁਸੀਂ ਪੀਸੀ ਕਹਿ ਦਿੰਦੇ ਆ, ਪਰਸਨਲ ਕੰਪਿਊਟਰ। ਤਾਂ ਪਰਸਨਲ ਕੰਪਿਊਟਰ ਦੇ ਫਾਦਰ ਹੈਗੇ ਆ ਜੀ ਇਹ ਹੈਨਰੀ, ਅੱਗੇ ਨਾਮ ਇਹਨਾਂ ਦਾ ਹੈਗਾ ਹੈਨਰੀ ਐਡਵਰਡ ਰੋਬਰਟ, ਠੀਕ ਹੈ ਜੀ, ਇਹ ਇਹਦੇ ਪਰਸਨਲ ਕੰਪਿਊਟਰ ਦੇ ਫਾਦਰ ਹੈ। ਜੇ ਮੈਂ ਗੱਲ ਕਰਾਂ ਐਲਨ ਟਿਊਰਿੰਗ ਦੀ ਗੱਲ ਕਰਾਂ, ਇਹ ਹੈਗੇ ਨੇ ਫਾਦਰ ਆਫ ਦਾ ਮਾਡਰਨ ਕੰਪਿਊਟਰ ਕਹਿ ਲਓ, ਮਾਡਰਨ ਕੰਪਿਊਟਰ ਕਹਿ ਲਓ, ਜਾਂ ਫਿਰ ਕਹਿ ਲਓ ਕੰਪਿਊਟਰ ਸਾਇੰਸ ਦੇ ਫਾਦਰ ਨੇ ਤੇ ਮਾਡਰਨ ਕੰਪਿਊਟਰ ਦੇ ਨੇ। ਜੇ ਕੱਲਾ ਫਾਦਰ ਆਫ ਕੰਪਿਊਟਰ ਪੁੱਛ ਲੈਣਗੇ ਤਾਂ ਚਾਰਲਸ ਬੈਬਜੇ ਆ ਕੰਪਿਊਟਰ ਫਾਦਰ ਦੇ। ਜੇ ਸਬੀਰ ਭਾਟੀਆ, ਜਿਹੜੇ ਸਬੀਰ ਭਾਟੀਆ ਇਹ ਹੈਗੇ ਨੇ ਕੋ-ਫਾਊਂਡਰ ਕਿਹਦੇ, ਹੌਟਮੇਲ ਦੇ। ਜਿਵੇਂ ਤੁਸੀਂ ਜੀਮੇਲ ਯੂਜ਼ ਕਰਦੇ ਹੋ ਮੇਰਾ ਜੇ ਹੌਟਮੇਲ ਵੀ ਹੁੰਦੀ ਆ, ਤਾਂ ਸਬੀਰ ਭਾਟੀਆ ਉਹਦਾ ਕੀ ਹੈ, ਕੋ-ਫਾਊਂਡਰ ਹੈ। ਤਾਂ ਬੇਸਿਕਲੀ ਆਪਣੇ ਵਾਸਤੇ ਤਿੰਨ ਇੰਪੋਰਟੈਂਟ ਨੇ, ਪਰਸਨਲ ਕੰਪਿਊਟਰ ਦੇ ਹੈਗੇ ਐਡਵਰਡ ਰੋਬਰਟ, ਐਲਨ ਟਿਊਰਿੰਗ ਹੈਗੇ ਨੇ ਮਾਡਰਨ ਕੰਪਿਊਟਰ ਦੇ, ਜਾਂ ਫਿਰ ਕਹਿ ਦਿਓ ਕੰਪਿਊਟਰ ਸਾਇੰਸ ਦੇ, ਤੇ ਫਾਦਰ ਆਫ ਕੰਪਿਊਟਰ ਕੌਣ ਨੇ, ਚਾਰਲਸ ਬੈਬਜੇ, ਠੀਕ ਹੈ, ਇਹ ਤਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ। ਤਾਂ ਨੈਕਸਟ ਮੂਵ ਕਰਦੇ ਹਾਂ ਆਪਾਂ ਅੱਗੇ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਦਾ ਪੇਜ ਮਾਰਜਨ। ਪੇਜ ਮਾਰਜਨ ਤੁਹਾਨੂੰ ਮੈਂ ਕਿੰਨੀ ਵਾਰੀ ਕਰਾਤਾ, ਠੀਕ ਹੈ ਜੀ। ਪੇਜ ਮਾਰਜਨ ਕੀ ਹੁੰਦਾ, ਜਿਹੜੀ ਆਪਾਂ ਬਲੈਂਕ ਸਪੇਸ ਛੱਡਦੇ ਆ ਲੈਫਟ ਰਾਈਟ ਟੌਪ ਬਾਟਮ, ਉਹਨੂੰ ਕਹਿ ਦਿੰਦੇ ਮਾਰਜਨ। ਜਿਵੇਂ ਤੁਸੀਂ ਛੋਟੇ ਹੁੰਦੇ ਕੀ ਕਰਦੇ ਸੀਗੇ ਕਿ ਮਾਸਟਰ ਨੂੰ ਖੁਸ਼ ਕਰਨ ਵਾਸਤੇ ਕੀ ਕਰਦੇ ਸੀ, ਦੋਨੇ ਪਾਸੇ ਕੀ ਕਰਦੇ ਸੀਗੇ, ਸਕੇਲ ਦੇ ਨਾਲ ਇਦਾਂ ਲਾਈਨਾਂ ਮਾਰ ਲੈਂਦੇ ਸੀ ਕਿ ਮੈਂ ਸ਼ੀਟਾਂ ਵੱਧ ਭਰੂੰਗਾ ਮੈਨੂੰ ਵੱਧ ਨੰਬਰ ਮਿਲਣਗੇ, ਹਨਾ। ਤਾਂ ਇਹ ਜਿਹੜਾ ਬਲੈਂਕ ਸਪੇਸ ਛੱਡ ਰਹੇ ਉਹਨੂੰ ਕਹਿ ਦਾਂਗੇ ਆਪਾਂ ਮਾਰਜਨ। ਤਾਂ ਮਾਰਜਨ ਆਪਾਂ ਰਾਜੇ ਰਾਈਟ ਸਾਈਡ ਵੀ ਛੱਡ ਸਕਦੇ ਆ, ਲੈਫਟ ਸਾਈਡ ਵੀ ਛੱਡ ਸਕਦੇ ਆ, ਟੌਪ ਤੇ ਵੀ ਛੱਡਦੇ ਆ, ਬਾਟਮ ਤੇ ਵੀ ਛੱਡਦੇ ਆ, ਗਟਰ ਮਾਰਜਨ ਵੀ ਛੱਡਦੇ ਆ, ਹਨਾ। ਬਟ ਸੈਂਟਰ ਮਾਰਜਨ ਕੋਈ ਨਹੀਂ ਹੁੰਦਾ। ਤਾਂ ਇੱਥੇ ਰਾਈਟ ਆਂਸਰ ਕੀ ਬਣ ਜਾਊਗਾ, ਸੈਂਟਰ। ਤਾਂ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਰਾਜੇ, ਆਹ ਦੇਖੋ ਸਾਰਾ ਕੁਝ ਇਹ ਮੈਂ ਕਰਵਾਇਆ ਹੋਇਆ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਗਟਰ ਮਾਰਜਨ ਕੀ ਹੁੰਦਾ। ਵੈਸੇ ਮੈਂ ਬਹੁਤ ਵਾਰੀ ਕਰਵਾਇਆ। ਤਾਂ ਟੌਪ ਮਾਰਜਨ, ਲੈਫਟ ਮਾਰਜਨ, ਗਟਰ ਮਾਰਜਨ, ਬਾਟਮ ਮਾਰਜਨ, ਰਾਈਟ ਮਾਰਜਨ ਹੁੰਦਾ, ਲੇਕਿਨ ਸੈਂਟਰ ਮਾਰਜਨ ਕੋਈ ਨਹੀਂ ਹੁੰਦਾ। ਹੁਣ ਤੁਸੀਂ ਮੈਨੂੰ ਗਟਰ ਮਾਰਜਨ ਦੱਸਣਾ ਵੀ ਕੀ ਹੁੰਦਾ। ਨੈਕਸਟ ਮੂਵ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਕੰਟਰੋਲ ਦਾ ਪ੍ਰੋਸੈਸ ਆਫ ਦਾ ਇੰਟਰੈਕਸ਼ਨ ਬਿਟਵੀਨ ਦਾ ਯੂਜ਼ਰ ਐਂਡ ਦਾ ਆਪਰੇਟਿੰਗ ਸਿਸਟਮ। ਧਿਆਨ ਦੇ ਨਾਲ ਇਹ ਕੁਐਸਚਨ ਬਹੁਤ ਧਿਆਨ ਦੇ ਨਾਲ ਵੇਖਣ ਵਾਲਾ ਹੈ। ਇੱਕ ਵਾਰੀ ਕੁਐਸਚਨ ਆਉਂਦਾ ਹੁੰਦਾ ਕਿ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਕੀ ਕਰਦਾ ਯੂਜ਼ਰ ਤੇ ਹਾਰਡਵੇਅਰ ਦੇ ਵਿਚਕਾਰ। ਉਹ ਪੁੱਛਦੇ ਆ ਯੂਜ਼ਰ ਤੇ ਹਾਰਡਵੇਅਰ ਦੇ ਵਿਚਕਾਰ ਜਿਹੜਾ ਆਪਰੇਟਿੰਗ ਸਿਸਟਮ ਉਹ ਕੀ ਕਰਦਾ ਰਾਜੇ, ਇੱਕ ਇੰਟਰਫੇਸ ਦਾ ਕੰਮ ਕਰਦਾ, ਜਿਹਨੂੰ ਕਹਿੰਦੇ ਨੇ ਆਪਾਂ ਵਿਚੋਲੇ ਦਾ ਕੰਮ ਕਰਦਾ, ਦੋਵਾਂ ਦੇ ਵਿਚਕਾਰ ਕੀ ਕਰਦਾ, ਕਮਿਊਨੀਕੇਸ਼ਨ ਕਰਾਉਂਦਾ ਹੈ, ਠੀਕ ਹੈ। ਲੇਕਿਨ ਕੁਐਸਚਨ ਇੱਥੇ ਹੋਰ ਪੁੱਛਿਆ ਗਿਆ। ਇੱਥੇ ਕੁਐਸਚਨ ਜਿਹੜਾ ਪੁੱਛਿਆ ਗਿਆ ਰਾਜੇ, ਉਹ ਕਹਿੰਦਾ ਕਿ ਜਿਹੜਾ ਇੰਟਰੈਕਸ਼ਨ ਹੁੰਦੀ ਹੈ ਆਪਰੇਟਿੰਗ ਸਿਸਟਮ ਤੇ ਯੂਜ਼ਰ ਦੇ ਵਿਚਕਾਰ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ ਰਾਜੇ, ਉਹ ਹੁੰਦੀ ਹੈ ਜੀ ਐਪ ਦੇ ਥਰੂ, ਜਿਹਨੂੰ ਆਪਾਂ ਕਹਿੰਦੇ ਨੇ ਐਪਲੀਕੇਸ਼ਨ ਸੌਫਟਵੇਅਰ। ਹੁਣ ਮੰਨ ਲਓ ਤੁਸੀਂ ਕੀ ਲੈ ਆਏ, ਮੋਬਾਈਲ ਲੈ ਆਏ, ਉਹਦੇ ਵਿੱਚ ਐਂਡਰੋਇਡ ਸੌਫਟਵੇਅਰ ਹੈ ਤੁਹਾਡਾ ਆਪਰੇਟਿੰਗ ਸਿਸਟਮ, ਤੁਸੀਂ ਐਂਡਰੋਇਡ ਯੂਜ਼ ਵੀ ਕਰ ਰਹੇ ਆ, ਲੇਕਿਨ ਤੁਸੀਂ ਕੀ ਕਰਨਾ, ਇੱਕ WhatsApp ਐਪਲੀਕੇਸ਼ਨ ਯੂਜ਼ ਕਰਨੀ ਹੈ, ਹਨਾ। WhatsApp ਚਲਾਉਣਾ ਤਾਂ ਕੀ ਕਰਨਾ ਪਊਗਾ ਤੁਹਾਨੂੰ, ਇੱਕ ਐਪ ਯੂਜ਼ ਕਰਨੀ ਪਊਗੀ। ਤਾਂ ਤੁਹਾਡੇ ਐਂਡਰੋਇਡ ਤੇ WhatsApp ਦੇ ਵਿਚਕਾਰ ਜਿਹੜਾ ਚੀਜ਼ ਆਪਾਂ ਯੂਜ਼ ਕਰ ਰਹੇ ਹਾਂ ਉਹ ਕੀ ਇੱਕ ਤਰ੍ਹਾਂ ਦੀ ਇੱਕ ਐਪ ਹੈ ਜਿਹੜੀ ਕਿ ਇੰਟਰਫੇਸ ਦਾ ਕੰਮ ਕਰ ਰਹੀ ਹੈ, ਜਿਹਨੂੰ ਕਹਿ ਦਿੰਦੇ ਆ ਯੂਜ਼ਰ ਇੰਟਰਫੇਸ। ਕੀ ਕਹਿ ਦਿੰਦੇ ਆ, ਯੂਜ਼ਰ ਇੰਟਰਫੇਸ। ਜੇ ਹਜੇ ਵੀ ਸਮਝ ਨਹੀਂ ਆਇਆ ਕੁਐਸਚਨ ਦਾ, ਧਿਆਨ ਦੇ ਨਾਲ ਦੇਖੋ ਕਿ ਮੰਨ ਲਓ ਆ ਮੇਰੇ ਕੋਲੇ ਹਾਰਡਵੇਅਰ ਹੈ, ਮੰਨ ਲਓ ਮੋਬਾਈਲ ਆ ਗਿਆ ਮੇਰੇ ਕੋਲੇ, ਮੋਬਾਈਲ ਦੇ ਵਿੱਚ ਕੀ ਆ ਗਿਆ, ਸਿਸਟਮ ਸੌਫਟਵੇਅਰ ਆ ਗਿਆ। ਸਿਸਟਮ ਸੌਫਟਵੇਅਰ ਕਿਹੜਾ ਆ ਗਿਆ, ਐਂਡਰੋਇਡ ਆ ਗਿਆ। ਮੰਨ ਲਓ ਐਂਡਰੋਇਡ ਮੋਬਾਈਲ ਲਿਆ, ਤਾਂ ਇੱਥੇ ਕੀ ਆਪਾਂ ਬੰਦੇ ਆ ਜਿਹੜਾ ਯੂਜ਼ ਕਰ ਰਿਹਾ ਇਹਨੂੰ, ਠੀਕ ਹੈ। ਬਟ ਮੈਂ ਯੂਜ਼ ਕਰਨ ਵਾਸਤੇ ਹੁਣ ਕੋਈ ਮੰਨ ਲਓ ਕਿ ਮੈਂ ਚੈਟਿੰਗ ਕਰਨੀ ਹੈ, ਵੀਡੀਓ ਕਾਲ ਕਰਨੀ ਹੈ, ਤਾਂ ਮੈਨੂੰ ਕੀ ਚਾਹੀਦੀ, ਇੱਕ ਐਪ ਚਾਹੀਦੀ ਹੈ। ਕਾਹਦੇ ਵਾਸਤੇ, ਇੰਟਰਫੇਸ ਵਾਸਤੇ। ਉਹਨੂੰ ਯੂਜ਼ ਕਰਨ ਵਾਸਤੇ ਇੱਕ ਇੰਟਰਫੇਸ ਚਾਹੀਦਾ, ਉਹ ਕੀ ਹੋਊਗਾ, ਇੱਕ ਐਪ ਹੋਊਗੀ। ਤੇ ਇਹਨੂੰ ਕਹਿ ਦਾਂਗੇ ਆਪਾਂ ਯੂਜ਼ਰ ਇੰਟਰਫੇਸ ਕਹਿ ਦਾਂਗੇ, ਠੀਕ ਹੈ। ਤਾਂ ਨੈਕਸਟ ਮੂਵ ਕਰਦੇ ਹਾਂ ਆਪਾਂ ਅੱਗੇ। ਆ ਗਿਆ ਜੀ ਥੋੜਾ ਜਿਹਾ ਬਲਰ ਹੈ, MS ਆਊਟਲੁੱਕ। ਜਿਵੇਂ ਤੁਸੀਂ MS ਆਫਿਸ ਕੀ ਹੈ, ਇੱਕ MS ਆਫਿਸ ਮਾਈਕਰੋਸਾਫਟ ਆਫਿਸ ਹੈ, ਇਹਦੇ ਵਿੱਚ ਕੀ ਹੈ, ਐਕਸਲ ਵੀ ਹੈ, ਇਹਦੇ ਵਿੱਚ ਕੀ ਹੈ, ਵਰਡ ਵੀ ਹੈ, ਇਹਦੇ ਵਿੱਚ ਕੀ ਆਪਣੇ ਕੋਲੇ ਪਾਵਰ ਪੁਆਇੰਟ ਵੀ ਹੈ, ਇਹ ਸਾਰਾ ਕੁਝ ਆਪਾਂ ਨੂੰ ਪਤਾ ਹੈ। ਇਹਦੇ ਵਿੱਚ ਇੱਕ ਕੀ ਹੁੰਦਾ, MS Access ਵੀ ਹੁੰਦਾ, ਉਹ ਕੀ ਹੁੰਦਾ ਰਾਜੇ, ਇੱਕ ਤਰ੍ਹਾਂ ਦਾ ਡਾਟਾਬੇਸ ਸੌਫਟਵੇਅਰ ਹੁੰਦਾ। ਉਵੇਂ ਰਾਜੇ MS ਆਊਟਲੁੱਕ ਹੁੰਦਾ। MS ਆਊਟਲੁੱਕ ਕੀ ਇੱਕ ਤਰ੍ਹਾਂ ਦਾ ਈਮੇਲ ਸੌਫਟਵੇਅਰ। ਇਹਦਾ ਮੈਂ ਲੋਗੋ ਵੀ ਤੁਹਾਨੂੰ ਦਿਖਾ ਦਿੰਦਾ, ਦੇਖੋ ਈਮੇਲ ਬਣੀ ਹੋਈ ਹੈ, ਮੇਲ ਬਣੀ ਹੋਈ ਹੈ। ਤਾਂ ਇਹ ਆਊਟਲੁੱਕ ਕੀ ਹੁੰਦਾ, ਇੱਕ ਤਰ੍ਹਾਂ ਦਾ ਮੇਲ ਸੌਫਟਵੇਅਰ ਹੁੰਦਾ ਹੈ। ਤਾਂ ਯਾਦ ਰੱਖਣਾ, ਇੱਕ ਕੁਐਸਚਨ ਹੋਰ ਆਇਆ ਸੀਗਾ, ਮੈਂ ਪਹਿਲਾਂ ਵੀ ਕਰਵਾਇਆ ਹੋਇਆ, ਦੇਖੋ ਆਪਣੀ ਮੈਰਾਥਨ ਦਾ 69 ਨੰਬਰ ਕੁਐਸਚਨ ਹੈ ਕਿ ਵਾਟ ਇਜ਼ ਆਊਟਲੁੱਕ ਐਕਸਪ੍ਰੈਸ। ਤਾਂ MS ਆਫਿਸ ਦੇ ਵਿੱਚ ਹੁੰਦਾ, ਇਹਨੂੰ ਕਹਿ ਦਿੰਦੇ ਆ ਈਮੇਲ ਕਲਾਇੰਟ ਕਹਿ ਦਿੰਦੇ ਆ, ਈਮੇਲ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਮੂਵ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਫੀਚਰ ਆਫ ਦਾ MS ਪਾਵਰਪੁਆਇੰਟ ਇਜ਼ ਯੂਜ਼ਡ ਟੂ ਅਪਲਾਈ ਦਾ ਮੋਸ਼ਨ ਇਫੈਕਟ ਟੂ ਦਾ ਡਿਫਰੈਂਟ ਆਬਜੈਕਟ ਆਫ ਅ ਸਲਾਈਡ। ਬਹੁਤ ਕੰਪਲਿਕੇਟਡ ਕੁਐਸਚਨ ਪੁੱਛਿਆ ਬੱਚਿਆਂ ਨੂੰ ਭੁਲੇਖਾ ਪਾਉਣ ਵਾਸਤੇ ਰਾਜੇ। ਦੇਖੋ ਦੋ ਕੁਐਸਚਨ ਆਉਂਦੇ ਹੁੰਦੇ, ਜੇ ਤਾਂ ਕਹੂਗਾ ਕਿ ਮੋਸ਼ਨ ਇਫੈਕਟ ਅਪਲਾਈ ਕਰਨਾ ਸਲਾਈਡ ਦੇ ਉੱਪਰ, ਪੂਰੀ ਸਲਾਈਡ ਦੇ ਉੱਪਰ ਮੋਸ਼ਨ ਇਫੈਕਟ ਅਪਲਾਈ ਕਰਨਾ, ਤਾਂ ਫੇਰ ਤਾਂ ਆਊਗਾ ਆਨਸਰ ਸਲਾਈਡ ਟ੍ਰਾਂਜੈਕਸ਼ਨਸ। ਬਟ ਇੱਥੇ ਆਬਜੈਕਟ ਦੀ ਗੱਲ ਕਰਦਾ, ਉਹਦੇ ਉੱਤੇ ਆਬਜੈਕਟ ਕੋਈ ਵੀ ਹੋ ਸਕਦਾ, ਕੋਈ ਸਰਕਲ ਹੋ ਸਕਦਾ, ਕੋਈ ਕਾਰ ਦੀ ਪਿਕਚਰ ਹੋ ਸਕਦੀ ਹੈ, ਕੋਈ ਟ੍ਰਾਇੰਗਲ ਹੋ ਸਕਦੀ ਹੈ। ਜੇ ਉਹਨੂੰ ਇਫੈਕਟ ਦੇਣਾ ਤਾਂ ਉਹਦੇ ਵਾਸਤੇ ਹੁੰਦਾ ਜੀ ਐਨੀਮੇਸ਼ਨ ਸਕੀਮ। ਕੀ ਹੁੰਦੀ ਰਾਜੇ, ਐਨੀਮੇਸ਼ਨ ਸਕੀਮ ਆਨਸਰ ਆਊਗਾ। ਤੁਹਾਨੂੰ ਮੈਂ ਕਰਕੇ ਵੀ ਦਿਖਾ ਦੇਣਾ, ਦੋਵਾਂ ਦੇ ਵਿਚਕਾਰ ਡਿਫਰੈਂਸ ਦੱਸਦਾ। ਡਿਫਰੈਂਸ ਦੇਖੋ ਕੀ ਹੈ। ਜੇ ਮੈਂ ਸਲਾਈਡ ਦੀ ਗੱਲ ਕਰਾਂ, ਸਲਾਈਡ ਟ੍ਰਾਂਜੀਸ਼ਨਸ ਕੀ ਹੁੰਦੀ ਹੈ। ਹੁਣ ਮੰਨ ਲਓ ਮੇਰੇ ਆਹ ਸਲਾਈਡ ਹੈ, ਇਹ ਸਲਾਈਡ ਦੇਖੋ, ਆਹ ਸਲਾਈਡ ਤੋਂ ਬਾਅਦ ਜਿਹੜੀ ਆਹ ਸਲਾਈਡ ਹੈ ਬਿਲਕੁਲ ਸਿੰਪਲ ਆ ਰਹੀ ਹੈ, ਲੇਕਿਨ ਮੈਂ ਇਹਨੂੰ ਸਲਾਈਡ ਟ੍ਰਾਂਜੀਸ਼ਨਸ ਦੇਣੀ ਹੈ। ਤਾਂ ਮੈਂ ਕੀ ਕਰੂੰਗਾ ਰਾਜੇ, ਟ੍ਰਾਂਜੀਸ਼ਨ ਦੇ ਵਿੱਚ ਜਾ ਕੇ ਦੇਖੋ ਆਪਸ਼ਨ ਆ ਰਹੀ ਹੈ ਟ੍ਰਾਂਜੀਸ਼ਨ ਦੇ ਵਿੱਚ ਜਾ ਕੇ, ਕਿ ਮੰਨ ਲਓ ਮੈਂ ਇਦਾਂ ਦੀ ਆਪਸ਼ਨ ਦੇ ਦਿੰਦਾ, ਦੇਖੋ ਸਪਲਿਟ ਹੋ ਕੇ ਆਊਗੀ, ਜਾਂ ਮੈਂ ਇਦਾਂ ਕਹਿ ਦਿੰਦਾ ਅਨਕਵਰ ਹੋ ਕੇ ਆਊਗੀ, ਠੀਕ ਹੈ। ਜਾਂ ਮੈਂ ਚਲੋ ਕੁਝ ਵੀ ਦੇਖੋ, ਮੈਂ ਜਿਵੇਂ ਕੋਈ ਹੋਰ ਦੇ ਦਿੰਦਾ, ਜਿਵੇਂ ਮੰਨ ਲਓ ਮੈਂ ਐਂ ਕਹੂੰਗਾ ਸਵਿਚ ਹੋ ਕੇ ਆਊਗੀ, ਠੀਕ ਹੈ। ਥੋੜੀ ਜਿਹੀ ਮੈਂ ਇਹਨੂੰ ਸਲੋ ਵੀ ਕਰ ਸਕਦਾ ਇੱਥੋਂ, ਠੀਕ ਹੈ।
ਤਾਂ ਇੱਥੋਂ ਮੈਂ ਸਲੋ ਵੀ ਕਰ ਸਕਦਾ ਇਹਨੂੰ, ਠੀਕ ਹੈ, ਇਹਦੀ ਡਿਊਰੇਸ਼ਨ ਵਧਾ ਦਿੰਦੇ ਆ। ਤਾਂ ਹੁਣ ਤੁਸੀਂ ਧਿਆਨ ਦੇ ਨਾਲ ਦੇਖੋ, ਇਹਨੂੰ ਮੈਂ ਸਲਾਈਡ ਚੋਂ ਇੱਥੋਂ ਚਲਾ ਰਿਹਾ ਕਰੰਟ ਸਲਾਈਡ ਤੋਂ, ਤੁਸੀਂ ਦੇਖੋਗੇ ਇਹਨੂੰ ਕਹਿ ਦਿੰਦੇ ਆ ਜੇ ਸਲਾਈਡ ਨੂੰ ਮੋਸ਼ਨ ਦੇਣਾ ਹੈ, ਸਲਾਈਡ ਤੇ ਮੋਸ਼ਨ ਇਫੈਕਟ ਪਾਉਣਾ, ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਸਲਾਈਡ ਟ੍ਰਾਂਜੀਸ਼ਨਸ। ਆ ਦੇਖੋ ਹੁਣ ਘੁੰਮ ਕੇ ਆ ਗਈ ਨਾ, ਤਾਂ ਸਮਝ ਗਏ ਸਲਾਈਡ ਟ੍ਰਾਂਜੀਸ਼ਨਸ ਕੀ ਹੁੰਦੀ ਹੈ। ਹੁਣ ਗੱਲ ਕੀ ਕੀਤੀ, ਉਹਨੇ ਕੁਐਸਚਨ ਦੇ ਵਿੱਚ ਪੁੱਛਿਆ ਕਿ ਆਪਾਂ ਮੋਸ਼ਨ ਇਫੈਕਟ ਦੇਣਾ ਹੈ ਆਬਜੈਕਟ ਨੂੰ। ਆਪਾਂ ਆਬਜੈਕਟ ਲੈ ਲੈਣੇ, ਮੰਨ ਲਓ ਮੈਂ ਗੱਡੀ ਲੈ ਲਈ ਹੈ, ਤਾਂ ਗੱਡੀ ਨੂੰ ਜਿਹੜਾ ਆਬਜੈਕਟ ਨੂੰ ਮੋਸ਼ਨ ਦੇਣਾ ਆਪਾਂ ਕਿੱਥੋਂ ਦੇਵਾਂਗੇ, ਐਨੀਮੇਸ਼ਨ ਸਕੀਮ ਦੇ ਵਿੱਚੋਂ ਦੇਵਾਂਗੇ। ਤਾਂ ਐਨੀਮੇਸ਼ਨ ਦੇ ਵਿੱਚ ਜਾ ਕੇ ਰਾਜੇ ਆਪਣੇ ਕੋਲ ਕੀ ਹੁੰਦਾ, ਇੱਕ ਮੋਸ਼ਨ ਪਾਥ ਹੁੰਦਾ ਹੈ। ਤਾਂ ਕੁਐਸਚਨ ਧਿਆਨ ਦੇ ਨਾਲ, ਜੇ ਮੋਸ਼ਨ ਪਾਥ ਉੱਥੇ ਦਿੱਤਾ ਹੁੰਦਾ ਆਪਸ਼ਨ ਦੇ ਵਿੱਚ, ਆਪਾਂ ਮੋਸ਼ਨ ਪਾਥ ਦੇ ਸਕਦੇ ਸੀਗੇ। ਅਦਰਵਾਈਜ਼ ਉਹਨੇ ਪੁੱਛਿਆ ਵੀ ਕਿਹੜੀ ਟੈਬ ਦੇ ਸਕਦੀ ਹੈ, ਤਾਂ ਐਨੀਮੇਸ਼ਨ ਟੈਬ ਦਿੰਦੀ ਹੈ। ਮੰਨ ਲਓ ਤੁਸੀਂ ਕੀ ਕਹਿੰਦਾ, ਦੇਖੋ ਆਹ ਵਾਲਾ ਦੇ ਦੇਣਾ ਹੈ, ਠੀਕ ਹੈ, ਤੁਸੀਂ ਆਹ ਦੇਖੋ ਆਹ ਹੋ ਗਿਆ ਨਾ, ਦੇਖੋ ਆਪਾਂ ਮੂਵ ਕਰਾ ਲਿਆ। ਜੇ ਮੰਨ ਲਓ ਤੁਸੀਂ ਆਹ ਦਿੰਦੇ ਆ ਤਾਂ ਇਵੇਂ ਮੂਵ ਕਰੂਗੀ ਗੱਡੀ, ਦੇਖੋ ਜਿਵੇਂ ਮਰਜ਼ੀ ਮੂਵ ਕਰਾ ਸਕਦੇ ਹਾਂ। ਕਸਟਮਾਈਜ਼ ਕਰਨਾ, ਆਪਾਂ ਕਸਟਮਾਈਜ਼ ਵੀ ਕਰ ਸਕਦੇ ਹਾਂ, ਆਪਾਂ ਆਪਦੇ ਅਕੋਰਡਿੰਗ ਵੀ ਇਹਨੂੰ ਭਜਾ ਸਕਦੇ ਹਾਂ, ਕੋਈ ਚੱਕਰ ਨਹੀਂ ਹੈਗਾ। ਮੰਨ ਲਓ ਕਸਟਮਾਈਜ਼ ਕਰਨਾ ਹੈ, ਤਾਂ ਮੈਂ ਇਹਨੂੰ ਕਹਿੰਦਾ ਵੀ ਇੱਥੋਂ ਜਾ ਕੇ ਐਂ ਚਲੀ ਜਾਵੇ, ਠੀਕ ਹੈ, ਐਂ ਚਲੀ ਜਾਵੇ। ਤਾਂ ਹੁਣ ਚਲਾ ਕੇ ਦੇਖ ਲਓ, ਇੱਥੇ ਛੱਡ ਦਿੰਦੇ ਆਪਾਂ ਇਹਨੂੰ, ਠੀਕ ਹੈ, ਐਕਚੁਅਲੀ ਨਾਲ ਉਹ ਚੱਲ ਰਿਹਾ, ਆਹ ਦੇਖੋ ਘੁੰਮ ਗਈ ਨਾ, ਜਿਵੇਂ ਜਿਵੇਂ ਮੈਂ ਇਹਨੂੰ ਘੁਮਾਇਆ ਉਵੇਂ ਉਵੇਂ ਘੁੰਮ ਗਈ। ਤਾਂ ਰਾਈਟ ਹੈ, ਇਹ ਹੈਗਾ ਜੀ ਰਾਜੇ ਕੁਐਸਚਨ, ਤੁਹਾਨੂੰ ਸਮਝ ਆ ਗਿਆ ਹੋਊਗਾ। ਤੈਨੂੰ ਮੈਂ ਪ੍ਰੈਕਟੀਕਲ ਕਰਾਉਣ ਦਾ ਮੇਰਾ ਮਤਲਬ ਇਹੀ ਸੀਗਾ ਕਿ ਇਹ ਕੁਐਸਚਨ ਦੇ ਵਿੱਚ ਬੜੀ ਕਨਫਿਊਜ਼ਨ ਹੋਈ, ਬੱਚੇ ਕਹਿੰਦੇ ਸਰ ਜੀ ਸਲਾਈਡ ਟ੍ਰਾਂਜੀਸ਼ਨ ਆਂਸਰ ਕਿਉਂ ਨਹੀਂ ਆਇਆ। ਤਾਂ ਆਂਸਰ ਇਸ ਕਰਕੇ ਨਹੀਂ ਆਇਆ ਕਿਉਂਕਿ ਉੱਥੇ ਆਬਜੈਕਟ ਦੀ ਗੱਲ ਕਰ ਰਿਹਾ, ਨਾ ਕਿ ਸਲਾਈਡ ਦੀ। ਜੇ ਸਲਾਈਡ ਦੀ ਗੱਲ ਕਰਦਾ ਟ੍ਰਾਂਜੀਸ਼ਨ ਆਂਸਰ ਆਉਣਾ, ਅਦਰਵਾਈਜ਼ ਐਨੀਮੇਸ਼ਨ ਸਕੀਮ ਆਊਗਾ, ਠੀਕ ਹੈ ਜੀ। ਤਾਂ ਨੈਕਸਟ ਮੂਵ ਕਰਦੇ ਹਾਂ, ਦੇਖੋ ਗੱਡੀ ਫਿਰ ਘੁਮਾ ਦਿੰਦੇ ਆਪਾਂ ਤੁਹਾਡੀ। ਤਾਂ ਨੈਕਸਟ ਚੱਲਦੇ ਹਾਂ ਜੀ ਆਪਾਂ, ਵਾਟ ਇਜ਼ ਲਾਈਟ ਪੈਨ। ਤਾਂ ਲਾਈਟ ਪੈਨ ਕੀ ਹੁੰਦਾ ਰਾਜੇ, ਇੱਕ ਤਰ੍ਹਾਂ ਦੀ ਇਹ ਇੱਕ ਤਰ੍ਹਾਂ ਦੀ ਇਨਪੁਟ ਡਿਵਾਈਸ ਹੈ, ਲੇਕਿਨ ਕਿਹੜੀ ਆ, ਆਪਟੀਕਲ। ਆਪਟੀਕਲ ਜਿਹੜੀ ਹੁੰਦੀ ਰਾਜੇ, ਦੇ ਵਿੱਚ ਲਾਈਟ ਸੋਰਸ ਯੂਜ਼ ਹੁੰਦਾ, ਉਹਨੂੰ ਆਪਟੀਕਲ ਕਹਿ ਦਿੰਦੇ ਆ। ਲਾਈਟ ਸੋਰਸ ਯੂਜ਼ ਕਰਦੇ ਆ ਨਾ ਆਪਾਂ, ਚਾਹੇ ਕੋਈ ਲੇਜ਼ਰ ਬੀਮ ਯੂਜ਼ ਕਰਦੇ ਆ ਜਾਂ ਕੋਈ ਲਾਈਟ ਸੋਰਸ ਯੂਜ਼ ਕਰਦੇ ਆ। ਤਾਂ ਲਾਈਟ ਪੈਨ ਬੇਸਿਕਲੀ ਕਾਹਦੇ ਵਾਸਤੇ ਹੁੰਦਾ, ਜਿਵੇਂ ਆ ਦੇਖੋ ਮੈਂ ਪੈਨ ਯੂਜ਼ ਕਰ ਰਿਹਾ ਤੁਹਾਡੇ ਸਾਹਮਣੇ, ਆ ਦੇਖੋ ਕਰਸਰ ਦੇ ਵਿੱਚ ਮੈਂ ਆ ਦੇਖੋ ਮਾਰ ਰਿਹਾ ਨਾ ਮੈਂ ਲੈਣਾ, ਇਹ ਲਾਈਟ ਪੈਨ ਹੈ। ਤਾਂ ਲਾਈਟ ਪੈਨ ਬੇਸਿਕਲੀ ਜਿਵੇਂ ਆਪਾਂ ਫਿੰਗਰ ਦੇ ਨਾਲ ਕੋਈ ਵੀ ਮੈਨੂ ਵਗੈਰਾ ਸਿਲੈਕਟ ਕਰਦੇ ਆ, ਉਵੇਂ ਰਾਜੇ ਲਾਈਟ ਪੈਨ ਯੂਜ਼ ਹੁੰਦਾ ਹੈ। ਤਾਂ ਇੱਕ ਤਰ੍ਹਾਂ ਦੀ ਇਨਪੁਟ ਡਿਵਾਈਸ ਹੈ। आज मैं कराया होया 211 नंबर क्वेश्चन है, व्हाट इज लाइट पेन। देखो ऑप्टिकल इनपुट डिवाइस, ये सब कुछ कराया होया ते इस करके ध्यान देना करया करो। अगला लास्ट क्वेश्चन है जी इस पेपर का, कहंदा जी व्हाट विच ऑफ द फॉलोइंग इज ए नॉन वोलेटाइल स्टोरेज। एक वोलेटाइल होंदी, एक नॉन वोलेटाइल। वोलेटाइल होंदी है कि मान लो मैं कंप्यूटर नु बंद करता ਜਾਂ एक्सीडेंटली मेरा कंप्यूटर बंद हो गया, लाइट भज गई, ਤਾਂ ਮੇਰੇ ਜਿੰਨੇ ਵੀ ਕੰਟੈਂਟ ਹੈਗੇ ਰਾਜੇ ਉਹ ਕੀ ਹੋ ਜਾਣਗੇ, ਖਤਮ ਹੋ ਜਾਣਗੇ, ਉਹ ਸੇਵ ਨਹੀਂ ਹੋਣਗੇ। ਜਿਵੇਂ ਰੈਮ ਦੇ ਵਿੱਚ, ਰੈਮ ਕੀ ਇੱਕ ਤਰ੍ਹਾਂ ਦੀ ਵੋਲੇਟਾਈਲ ਮੈਮਰੀ ਹੈ, ਠੀਕ ਹੈ। ਜਿਵੇਂ ਕੈਸ਼ੇ ਮੈਮਰੀ ਉਹ ਵੀ ਵੋਲੇਟਾਈਲ ਹੈ, ਜਾਂ ਜਿਹਨੂੰ ਆਪਾਂ ਪ੍ਰਾਇਮਰੀ ਮੈਮਰੀ ਕਹਿ ਦਿੰਦੇ ਹਾਂ ਉਹ ਵੀ ਵੋਲੇਟਾਈਲ ਹੈ, ਜਾਂ ਜਿਹਨੂੰ ਆਪਾਂ ਮੇਨ ਮੈਮਰੀ ਕਹਿ ਦਿੰਦੇ ਹਾਂ ਵੋਲੇਟਾਈਲ ਹੁੰਦੀ ਹੈ। ਲੇਕਿਨ ਜਿਹੜੀ ਸੈਕੰਡਰੀ ਮੈਮਰੀ ਹੁੰਦੀ ਹੈ ਰਾਜੇ, ਉਹ ਕੀ ਹੁੰਦੀ ਹੈ, ਪਰਮਾਨੈਂਟ ਹੁੰਦੀ ਹੈ। ਲਾਈਕ ਹਾਰਡ ਡਿਸਕ ਹੋ ਗਈ, ਇਹ ਵੀ ਕੀ ਹੁੰਦੀ ਹੈ, ਪਰਮਾਨੈਂਟ ਮੈਮਰੀ ਹੁੰਦੀ ਹੈ। ਲਾਈਕ ਸੀਡੀ ਹੋ ਗਈ, ਡੀਵੀਡੀ ਹੋ ਗਈ, ਤੁਹਾਡੀ ਪੈਨ ਡਰਾਈਵ ਹੋ ਗਈ, ਸਾਰੀਆਂ ਕੀ ਹੁੰਦੀਆਂ ਨੇ, ਸੈਕੰਡਰੀ ਮੈਮਰੀ ਹੁੰਦੀਆਂ ਨੇ। ਤੇ ਜਿਹੜੀਆਂ ਕੀ ਹੁੰਦੀਆਂ ਹਮੇਸ਼ਾ ਕੀ ਹੁੰਦੀਆਂ ਨੇ, ਨॉन ਵੋਲੇਟਾਈਲ ਸਟੋਰੇਜ ਦੇ ਵਿੱਚ ਹੁੰਦੀਆਂ। ਤਾਂ ਅਗਲਾ ਕੁਐਸਚਨ ਹੈਗਾ ਜੀ, which of the following key combination is used to insert a new page in MS Word। कहने का मतलब क्वेश्चन थोड़ा सिंपल पाता जी, ऐ कह दूंगा कि पेज ब्रेक करना है, ठीक है, ਜਾਂ ਇਹ ਕਹਿਣਾ ਕਿ ਠੀਕ ਹੈ ਜੀ ਨਿਊ ਪੇਜ ਲੈ ਕੇ ਆਉਣਾ, ਤਾਂ ਰਾਜੇ ਦੇ ਵਾਸਤੇ ਹੁੰਦਾ ਜੀ ਕੰਟਰੋਲ ਪਲੱਸ ਐਂਟਰ। ਮੈਂ ਤੁਹਾਨੂੰ ਕਰਕੇ ਵੀ ਦਿਖਾਉਂਗਾ, ਕੋਈ ਗੱਲ ਨਹੀਂ। ਕੰਟਰੋਲ ਪਲੱਸ ਐਂਟਰ ਹੁੰਦਾ ਹੈ, ਠੀਕ ਹੈ। ਕੰਟਰੋਲ ਪਲੱਸ ਐਮ ਕੀ ਹੁੰਦਾ ਰਾਜੇ, ਇਹ ਵੀ ਬਹੁਤ ਪੁੱਛਦੇ ਹੁੰਦੇ ਆ ਨਿਊ ਸਲਾਈਡ ਲੈਣ ਵਾਸਤੇ, ਕਿਹਦੇ ਵਿੱਚ, MS ਪਾਵਰ ਪੁਆਇੰਟ ਦੇ ਵਿੱਚ, ਠੀਕ ਹੈ ਜੀ। ਹੁਣ ਕੰਟਰੋਲ ਪਲੱਸ ਐਂਟਰ ਕੁਐਸਚਨ ਐਂ ਵੀ ਪੁੱਛ ਸਕਦਾ ਰਾਜੇ, ਕੁਐਸਚਨ ਮੈਂ ਕਰਵਾਇਆ ਹੋਇਆ, ਵਾਟ ਇਜ਼ ਦਾ ਸ਼ਾਰਟਕਟ ਕੀ ਫॉर द ਮੈਨੂਅਲ ਲਾਈਨ ਬ੍ਰੇਕ। ਜੇ ਤਾਂ ਲਾਈਨ ਬ੍ਰੇਕ ਵਾਸਤੇ ਪੁੱਛੂਗਾ ਤਾਂ ਰਾਜੇ MS ਵਰਡ ਦੇ ਵਿੱਚ ਸ਼ਿਫਟ ਪਲੱਸ ਐਂਟਰ ਹੁੰਦਾ ਹੈ। ਜੇ ਐਕਸਲ ਦੇ ਵਿੱਚ ਲਾਈਨ ਬ੍ਰੇਕ ਪੁੱਛੂਗਾ ਤਾਂ ਰਾਜੇ ਕੀ ਹੁੰਦਾ, ਕੰਟਰੋਲ ਪਲੱਸ ਲਾਈਨ ਬ੍ਰੇਕ। ਇੱਕ ਮਿੰਟ ਰਾਜੇ, ਇਹ ਕੁਝ ਹੋਰ ਸਿਲੈਕਟ ਹੋ ਗਿਆ। ਅੱਛਾ, ਜੇ ਐਕਸਲ ਦੇ ਵਿੱਚ ਪੁੱਛੂਗਾ ਰਾਜੇ ਤਾਂ ਇਹ ਹੁੰਦਾ ਜੀ, ਐਕਸਲ ਦੇ ਵਿੱਚ ਲਾਈਨ ਬ੍ਰੇਕ ਕਰਨੀ ਹੈ ਤਾਂ ਹੁੰਦਾ ਜੀ ਆਲਟ ਪਲੱਸ ਐਂਟਰ। ਜੇ ਇਨਸਰਟ ਪੇਜ ਬ੍ਰੇਕ ਕਰਨਾ ਜਾਂ ਨਿਊ ਪੇਜ ਬ੍ਰੇਕ ਕਰਨਾ ਤਾਂ ਕੰਟਰੋਲ ਐਂਟਰ। ਤਾਂ ਆਪਾਂ ਸਾਰਾ ਕੁਝ ਕਰ ਲੈਣੇ, MS ਵਰਡ ਖੋਲਦੇ ਆ, MS ਵਰਡ ਦੇ ਵਿੱਚ ਕੀ ਹੋ ਜਾਊਗਾ, ਸਾਰਾ ਕੁਝ ਹੋ ਜਾਊਗਾ। ਵੈਸੇ ਮੈਂ ਪਹਿਲਾਂ ਵੀ ਕਰਕੇ ਦਿਖਾਇਆ ਹੋਇਆ ਇਹ ਪ੍ਰੈਕਟੀਕਲ, ਬਟ ਮੈਂ ਚਲੋ ਹੁਣ ਕੋਈ ਗੱਲ ਨਹੀਂ, ਆਪਾਂ ਚਲੋ ਪਹਿਲਾਂ ਐਕਸਲ ਦੇ ਵਿੱਚ ਕਰ ਲੈਣੇ ਆ। ਮੰਨ ਲਓ ਮੈਂ ਇੱਥੇ ਕੀ ਕਰਨਾ ਰਾਜੇ, ਆ ਦੇਖੋ ਇੱਥੋਂ ਲਾਈਨ ਬ੍ਰੇਕ ਕਰਨੀ ਆ, ਮੈਂ ਨੈਕਸਟ ਲਾਈਨ ਦੇ ਵਿੱਚ ਲੈ ਕੇ ਆਉਣਾ, ਮੈਂ ਕੀ ਨੱਪੂਗਾ, ਆਲਟ ਪਲੱਸ ਐਂਟਰ ਨੱਪੂਗਾ। ਜਦੋਂ ਮੈਂ ਆਲਟ ਪਲੱਸ ਐਂਟਰ ਨੱਪੂਗਾ, ਦੇਖੋ ਪੇਜ ਬ੍ਰੇਕ ਹੋ ਗਿਆ। ਤਾਂ ਇਹ ਕੀ ਹੋ ਗਿਆ ਜੀ, ਦੇਖੋ ਐਕਸਲ ਦੇ ਵਿੱਚ ਆਪਾਂ ਕਰ ਦਿੰਦੇ ਹਾਂ। ਹੁਣ ਆਪਾਂ ਵਰਡ ਦੀ ਗੱਲ ਕਰ ਰਹੇ ਹਾਂ, ਤਾਂ ਵਰਡ ਆਪਾਂ ਕੋਈ ਲੈ ਲੈਣੇ ਆ, ਵਰਡ ਦੀ, ਠੀਕ ਹੈ, ਕੋਈ ਵੀ ਫਾਈਲ ਲੈ ਲੈਣੇ, ਚੱਕ ਲੈਣੇ ਆਪਾਂ। ਇੱਥੇ ਮੰਨ ਲਓ ਆਹ ਲੈ ਲਈ ਮੈਂ, ਠੀਕ ਹੈ। ਤਾਂ ਮੰਨ ਲਓ ਹੁਣ ਕੀ ਹੈ ਜੀ, ਮੈਂ ਦੇਖੋ ਇੱਥੋਂ ਪੇਜ ਬ੍ਰੇਕ ਕਰਨਾ, ਠੀਕ ਹੈ। ਪੇਜ ਬ੍ਰੇਕ ਦਾ ਮਤਲਬ ਹੁੰਦਾ ਕਿ ਮੈਂ ਅਗਲਾ ਪੇਜ ਤੇ ਲੈ ਕੇ ਜਾਣਾ, ਤਾਂ ਮੈਂ ਕੀ ਕਰੂੰਗਾ ਰਾਜੇ, ਕੰਟਰੋਲ ਪਲੱਸ ਐਂਟਰ ਕਰੂੰਗਾ, ਠੀਕ ਹੈ। ਕੰਟਰੋਲ ਤੇ ਐਂਟਰ ਨੱਪ ਰਿਹਾ, ਦੇਖੋ ਦੇਖੋ ਇਹ ਪੇਜ ਬ੍ਰੇਕ ਹੋ ਗਿਆ ਨਾ, ਤਾਂ ਉਹ ਪੇਜ ਕੀ ਅਗਲੇ ਪੇਜ ਤੇ ਚਲਾ ਗਿਆ। ਤਾਂ ਇਹਨੂੰ ਕਹਿ ਦਿੰਦੇ ਆ ਜੀ, ਠੀਕ ਹੈ, ਪੇਜ ਬ੍ਰੇਕ ਕਹਿ ਦਿੰਦੇ ਜਾਂ ਇਨਸਰਟ ਨਿਊ ਪੇਜ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ, ਠੀਕ ਹੈ ਜੀ। ਇਹ ਹੈਗਾ ਜੀ ਤੁਹਾਡਾ ਪ੍ਰੈਕਟੀਕਲ, ਤੇ ਇਹਨੂੰ ਯਾਦ ਰੱਖ ਲਿਓ। ਇੱਥੇ ਆਨਸਰ ਆਉਣਾ ਜੀ ਕੰਟਰੋਲ ਪਲੱਸ ਐਂਟਰ ਪੇਜ ਬ੍ਰੇਕ ਵਾਸਤੇ। ਨੈਕਸਟ ਚੱਲਦੇ ਹਾਂ ਜੀ ਆਪਾਂ, ਕਹਿੰਦਾ ਜੀ ਵਿਚ ਸਿੰਬਲ ਇਜ਼ ਯੂਜ਼ਡ ਫॉर ਐਬਸੋਲੂਟ ਰੈਫਰੈਂਸ ਇਨ MS ਐਕਸਲ। ਰਾਜੇ ਮੈਂ ਸਾਰਾ ਕਰਾਇਆ ਹੋਇਆ, ਇੱਕ ਹੁੰਦਾ ਰਿਲੇਟਿਵ, ਇੱਕ ਹੁੰਦਾ ਰਿਲੇਟਿਵ ਰੈਫਰੈਂਸ, ਇੱਕ ਹੁੰਦਾ ਜੀ ਮਿਕਸਡ ਰੈਫਰੈਂਸ, ਇੱਕ ਹੁੰਦਾ ਐਬਸੋਲੂਟ। ਐਬਸੋਲੂਟ ਹੁੰਦਾ ਬੇਸਿਕਲੀ ਲੌਕ ਕਰਨ ਵਾਸਤੇ, ਕਿ ਆਪਾਂ ਕੋਈ ਚੀਜ਼ ਫਿਕਸ ਕਰਨੀ ਆ। ਇਹਦਾ ਪ੍ਰੈਕਟੀਕਲ ਵੈਸੇ ਮੈਂ ਕਰਵਾਇਆ ਹੋਇਆ, ਬਾਕੀ ਕਮੈਂਟ ਕਰ ਦਿਓ ਜੇ ਤੁਹਾਨੂੰ ਨਾ ਲੱਭਿਆ ਪ੍ਰੈਕਟੀਕਲ, ਮੈਂ ਦੁਬਾਰਾ ਕਰਾ ਦੂੰਗਾ। ਇਹ ਬਹੁਤ ਇੰਪੋਰਟੈਂਟ ਹੈ ਐਬਸੋਲੂਟ ਰੈਫਰੈਂਸ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬਸ ਇਹਦੇ ਵਾਸਤੇ ਯਾਦ ਰੱਖਣਾ, ਜਦੋਂ ਵੀ ਤੁਸੀਂ ਐਬਸੋਲੂਟ ਰੈਫਰੈਂਸ ਬਣਾਉਣਾ, ਇੱਕ ਸਿੰਬਲ ਯੂਜ਼ ਹੁੰਦਾ, ਡਾਲਰ ਸਿੰਬਲ। ਬਸ ਇੱਥੋਂ ਕੁਐਸਚਨ ਨਿਕਲ ਕੇ ਆਉਂਦਾ,
ਤਾਂ ਰਾਈਟ ਆਂਸਰ ਕੀ ਬਣਦਾ ਜੀ? ਇਹਨੂੰ ਐਬਸੋਲੂਟ ਬਣਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ? ਡਾਲਰ ਸਿੰਬਲ ਕੀ ਕਰਨਾ ਪਊਗਾ? ਜਿਵੇਂ ਮੰਨ ਲਓ ਮੇਰਾ ਐਡਰੈਸ ਹੈਗਾ A5, ਤਾਂ ਮੈਨੂੰ ਕੀ ਕਰਨਾ ਪੈਣਾ? A ਦੇ ਅੱਗੇ ਵੀ, ਕਾਲਮ ਨੰਬਰ ਦੇ ਅੱਗੇ ਵੀ ਡਾਲਰ ਸਾਈਨ ਤੇ ਰੋ ਨੰਬਰ ਦੇ ਅੱਗੇ ਵੀ ਡਾਲਰ ਸਾਈਨ ਲਾਣਾ ਪਊਗਾ, ਤਾਂ ਜਾ ਕੇ ਕੀ ਬਣੂਗਾ? ਮੇਰਾ ਐਬਸੋਲੂਟ ਸੈੱਲ ਰੈਫਰੈਂਸ ਬਣੂਗਾ। ਬਾਕੀ ਦਾ ਪ੍ਰੈਕਟੀਕਲ ਕਰਨਾ ਹੋਇਆ ਤਾਂ ਮੈਨੂੰ ਕਮੈਂਟ ਕਰ ਦਿਓ। ਤਾਂ ਕੁਐਸਚਨ ਮੈਂ ਕਰਵਾਇਆ ਹੋਇਆ, ਕੁਐਸਚਨ ਇਦਾਂ ਵੀ ਆ ਜਾਂਦਾ ਹੁੰਦਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਐਬਸੋਲੂਟ ਸੈੱਲ ਰੈਫਰੈਂਸ। ਤਾਂ ਇਹਦੇ ਵਿੱਚੋਂ ਦੇਖੋ ਜਿਹੜਾ ਆਹ ਹੈਗਾ ਜਿਹਦੇ ਅੱਗੇ ਡਾਲਰ ਸਾਈਨ, ਜਿਵੇਂ A1 ਹੈ, ਤਾਂ A1 ਦੇ ਕੀ ਹੈ? A ਦੇ ਅੱਗੇ ਵੀ ਡਾਲਰ ਸਾਈਨ ਹੈ ਤੇ 1 ਦੇ ਅੱਗੇ ਵੀ ਹੈ, ਤਾਂ ਉਹ ਕੀ ਬਣ ਜੂਗਾ ਜੀ? ਐਬਸੋਲੂਟ ਸੈੱਲ ਰੈਫਰੈਂਸ ਬਣ ਜੂਗਾ। ਇਹ ਕੋਈ ਵੀ ਨਹੀਂ ਹੈਗਾ, ਬਾਕੀ ਸਾਰੇ ਗਲਤ ਨੇ। ਠੀਕ ਹੈ, ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ, ਤੁਹਾਡੇ ਵਾਸਤੇ ਕਾਫੀ ਹੈਲਪਫੁਲ ਰਹੂਗੀ ਰਾਜੇ। ਜੇ ਵਧੀਆ ਲੱਗੀ ਪਲੀਜ਼ ਲਾਈਕ ਜ਼ਰੂਰ ਕਰਕੇ ਜਾਇਆ ਕਰੋ, ਕਿਉਂਕਿ ਤੁਹਾਡੇ ਲਾਈਕ ਇੱਕ એનર્ਜੀ ਦਾ ਕੰਮ ਕਰਦੇ ਮੇਰੇ ਵਾਸਤੇ। ਸ਼ੇਅਰ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਦੱਸਿਓ ਜੋ ਮੈਂ ਤੁਹਾਨੂੰ ਪੁੱਛਿਆ, ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਨਵੀਆਂ ਨਵੀਆਂ ਵੀਡੀਓ ਦੇਖਣ ਵਾਸਤੇ। ਕਾਫੀ ਹੈਲਪਫੁਲ ਹੈ ਤੁਹਾਡੇ ਵਾਸਤੇ ਇਹ ਚੈਨਲ, ਤੁਸੀਂ ਆਪ ਹੀ ਕਹਿੰਦੇ ਹੋ। ਠੀਕ ਹੈ, ਤੇ ਬੈਲ ਆਈਕਨ ਨੂੰ ਨੱਪ ਲਿਓ, ਕਿਉਂਕਿ ਕਈ ਬੱਚੇ ਕਹਿੰਦੇ ਸਾਨੂੰ ਕਿ ਵੀਡੀਓ ਦੀ ਨੋਟੀਫਿਕੇਸ਼ਨ ਨਹੀਂ ਮਿਲਦੀ, ਤਾਂ ਇੱਥੇ ਆਲ ਤੇ ਕਲਿੱਕ ਕਰ ਲਿਆ ਕਰੋ, ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨ ਮਿਲ ਜਾਇਆ ਕਰਨਗੀਆਂ। ਤਾਂ ਨਾਲ ਹੀ ਆਪਣੀ ਪੰਜਾਬ ਜੀਕੇ ਸੀਰੀਜ਼ ਚੱਲ ਰਹੀ ਹੈ, ਉਹਨੂੰ ਵੀ ਜ਼ਰੂਰ ਦੇਖੋ। ਤੇ ਕਰੰਟ ਅਫੇਅਰ ਵਾਲੀ ਥੋੜੀ ਜੀ ਆਪਣੀ ਲੇਟ ਹੋ ਗਈ, ਉਹਨੂੰ ਆਪਾਂ ਜਲਦੀ ਰਿਜ਼ਿਊਮ ਕਰਾਂਗੇ, ਉਹ ਵੀ ਸੀਰੀਜ਼ ਆਪਣੇ ਨਾਲ ਨਾਲ ਚੱਲੂਗੀ। ਬਾਕੀ ਟੈਸਟ ਸੀਰੀਜ਼ ਦੀ ਕਈ ਬੱਚੇ ਪੁੱਛਦੇ ਆ, ਟੈਸਟ ਸੀਰੀਜ਼ ਰਾਜੇ ਆਪਣੀ ਇੱਕ ਬਹੁਤ ਵਧੀਆ ਟੈਸਟ ਸੀਰੀਜ਼ 290 ਕਿ 93 ਰੁਪਏ ਦੇ ਵਿੱਚ ਚੱਲ ਰਹੀ ਹੈ, ਜਿਹਦੇ ਵਿੱਚ ਤੁਹਾਨੂੰ ਪੰਜਾਬ ਜੀਕੇ ਦੇ, ਪੰਜਾਬੀ ਗ੍ਰਾਮਰ ਤੇ ਕੰਪਿਊਟਰ ਦੇ ਟੈਸਟ ਮਿਲਦੇ ਆ। ਠੀਕ ਹੈ, ਆਪਣੀ ਐਪ ਦੇ ਉੱਪਰ, ਐਪ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ, ਜਾ ਕੇ ਤੁਸੀਂ ਇੰਸਟਾਲ ਕਰ ਲਓ। ਬਾਕੀ ਇੱਕ ਕੰਪਿਊਟਰ ਮਾਸਟਰ ਬੈਚ ਵੀ ਚੱਲ ਰਿਹਾ, ਜੇ ਕਿਸੇ ਨੇ ਬਹੁਤ ਹਾਈ ਲੈਵਲ ਦੀ ਤਿਆਰੀ ਕਰਨੀ ਆ, 0 ਲੈਵਲ ਤੋਂ ਸਟਾਰਟ ਕਰਨਾ, ਬਾਈਲੈਂਗੁਅਲ ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ ਹੈ। ਬਾਕੀ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ, ਪਲੀਜ਼ ਕਾਲ ਨਾ ਕਰਿਓ, ਕਾਲ ਬਹੁਤ ਆਉਂਦੀਆਂ। WhatsApp ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।